ਸਤਿ ਸ਼੍ਰੀ ਅਕਾਲ ਜੀ। ਵੌਇਸ ਆਫ ਇੰਡੀਆ ਮੀਡੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਵਰਿੰਦਰ ਭਿੰਡਰ ਵੱਲੋਂ ਬਹੁਤ ਬਹੁਤ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗਰਾਊਂਡ ਜ਼ੀਰੋ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਜਾਂ ਸਾਰੇ ਸੰਸਾਰ ਦੇ ਵਿੱਚ ਜੁੜੀਆਂ ਹੋਈਆਂ ਖਬਰਾਂ ਦੇ ਨਾਲ ਅਸੀਂ ਅੱਜ ਤੁਹਾਡੇ ਰੂਬਰੂ ਹੋਏ ਹਾਂ। ਅਮਰੀਕਾ 'ਚ ਗੋਲੀਬਾਰੀ ਹੋਈ ਹੈ, ਉਹਦੇ ਬਾਰੇ ਵੀ ਅੱਜ ਅਸੀਂ ਚਰਚਾ ਕਰਾਂਗੇ। ਕਿਸਾਨ ਅੰਦੋਲਨ ਜੋ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ ਕਈ ਮਹੀਨਿਆਂ ਤੋਂ ਲੱਗਾ ਰਿਹਾ, ਉਹਦੇ ਬਾਰੇ ਵੀ ਅਪਡੇਟਸ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਰੋਨਾ ਦੀ ਕੀ ਅਪਡੇਟ ਹੈ ਸਾਰੇ ਸੰਸਾਰ ਵਿੱਚ, ਉਹਦੇ ਬਾਰੇ ਵੀ ਅਸੀਂ ਚਰਚਾ ਤੁਹਾਡੇ ਨਾਲ ਕਰਾਂਗੇ। ਕੁੰਭ ਮੇਲਾ ਚੱਲ ਰਿਹਾ ਭਾਰਤ ਦੇ ਵਿੱਚ, ਉਹਦੀਆਂ ਨਵੀਆਂ ਰਿਪੋਰਟਾਂ ਹੈਗੀਆਂ। ਅਸੀਂ ਸਾਰੀਆਂ ਖਬਰਾਂ ਤੁਹਾਡੇ ਨਾਲ 1 ਬਾਏ 1 ਜਿਹੜੀਆਂ ਸਾਂਝੀਆਂ ਕਰਾਂਗੇ। ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਰਦਾਰ MP ਸਿੰਘ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਤੁਹਾਡੇ ਨਾਲ ਅਸੀਂ ਚਰਚਾ ਕਰਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਪਿੰਡਰ ਸਾਹਿਬ, ਥੈਂਕ ਯੂ ਵੈਰੀ ਮਚ। ਅਮਰੀਕਾ ਦੇ ਵਿੱਚ ਗੋਲੀਬਾਰੀ ਹੋਈ ਹੈ ਜੀ, ਤਾਜ਼ਾ ਖਬਰਾਂ ਕੀ ਹਨ? ਕਿੰਨੇ ਬੰਦੇ ਮਰ ਚੁੱਕੇ ਆ? ਅੱਜ ਦੀ ਤਾਜ਼ਾ ਸਥਿਤੀ ਉੱਥੋਂ ਦੀ ਕੀ ਹੈ? ਪਿੰਡਰ ਸਾਹਿਬ, ਬੜੀ ਦੁਖਦਾਇਕ ਖਬਰ ਹੈ ਕਿ ਸਾਡੇ ਗੁਆਂਢੀ ਮੁਲਕ ਅਮਰੀਕਾ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਔਰ 8 ਵਿਅਕਤੀ ਜਿਹੜੇ ਆ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ। ਦੁੱਖ ਵਾਲੀ ਇਸ ਤੋਂ ਵੀ ਵੱਡੀ ਗੱਲ ਹੈ ਕਿ 8 ਵਿੱਚੋਂ ਅੱਧਿਓਂ ਵੱਧ ਜੀ ਪੰਜਾਬੀ ਹੈ, ਭਾਰਤੀ ਹੈ ਜਾਂ ਸਿੱਖ ਜੀ। ਠੀਕ ਹੈ ਜੀ, ਇਹ ਪੂਰਾ ਮਸਲਾ ਕੀ ਸੀ? ਕੀ ਕਾਰਨ ਕੀ ਬਣਿਆ ਇਹ? ਦੇਖੋ, ਅਮਰੀਕਾ ਦੇ ਵਿੱਚ ਇਹ ਘਟਨਾ ਪਹਿਲੀ ਵਾਰੀ ਨਹੀਂ ਹੋਈ ਜੀ। ਇਹੋ ਜਿਹੀਆਂ ਘਟਨਾਵਾਂ ਉੱਥੇ ਆਮ ਹੁੰਦੀਆਂ। ਆਮ ਹੋਣ ਦੇ ਪਿੱਛੇ ਕਾਰਨ ਇਹ ਆ ਕਿ ਅਮਰੀਕਾ ਦੇ ਵਿੱਚ ਤੁਸੀਂ ਪਾਣੀ ਦੀ ਬੋਟਲ ਜਿਹੜੀ ਆਪਾਂ ਪੀਂਦੇ ਆ, ਉਹ ਲੈ ਲਈ ਤੇ ਚਾਹੇ ਗਨ ਲੈ ਲਈ, ਇੱਕੋ ਗੱਲ ਹੈ। ਯਾਨੀ ਉੱਥੇ ਖੁੱਲੇ ਆਮ ਸ਼ਰੇਆਮ ਹਥਿਆਰ ਵਿਕਦੇ ਆ, ਕੋਈ ਲਾਇਸੈਂਸ ਦੀ ਲੋੜ ਨਹੀਂ ਹੈ। ਅਮਰੀਕਾ ਦੇ ਵਿੱਚ ਅਜਿਹੇ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੈ। ਔਰ ਜਿਹੜੇ ਗਨ ਮੈਨੂਫੈਕਚਰਰ ਹੈਗੇ ਆ, ਜਿਹੜੇ ਹਥਿਆਰ ਬਣਾਉਂਦੇ ਹੈਗੇ ਆ, ਉਹ ਇਸ ਤਰੀਕੇ ਦੇ ਨਾਲ ਇਸ ਸਰਕਾਰ ਦੇ ਉੱਤੇ ਦਬਾਅ ਬਣਾਉਣ ਵਿੱਚ ਹਮੇਸ਼ਾ ਹੀ ਕਾਮਯਾਬ ਰਹੇ ਆ ਕਿ ਲਾਇਸੈਂਸਿੰਗ ਜਿਹੜੀ ਆ ਉਹ ਨਾ ਕੀਤੀ ਜਾਵੇ, ਕਿਉਂਕਿ ਉਹਨਾਂ ਦੇ ਹਥਿਆਰ ਵਿਕਦੇ ਨਹੀਂ। ਉਹ ਕਿੱਥੇ ਵੇਚਣ? ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ, ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਕਿ ਹਥਿਆਰ ਖੁੱਲ੍ਹੇਆਮ ਨਹੀਂ ਵਿਕ ਸਕਦੇ, ਖੁੱਲ੍ਹੇਆਮ ਤੁਸੀਂ ਕੈਰੀ ਨਹੀਂ ਕਰ ਸਕਦੇ। ਪਰ ਅਮਰੀਕਾ ਦੇ ਵਿੱਚ ਤੁਹਾਨੂੰ ਇਹੋ ਜਿਹੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ ਪਿਛਲੇ ਸਮੇਂ ਵਿੱਚ। ਸਕੂਲਾਂ 'ਚ ਪੜ੍ਹਦੇ ਨਿਆਣੇ ਵੀ ਆਪਦੇ ਨਾਲ ਪਿਸਤੌਲ ਲੈ ਕੇ ਗਏ ਹੋਏ। ਠੀਕ ਹੈ ਜੀ। ਉੱਥੇ ਜਾ ਕੇ ਉਹਨਾਂ ਨੇ ਅੰਨ੍ਹੇਵਾਹ ਆਪਦੇ ਸਹਿਪਾਠੀਆਂ, ਆਪਦੇ ਨਾਲ ਪੜ੍ਹਦੇ ਬੱਚਿਆਂ ਨੂੰ ਗੋਲੀਆਂ ਮਾਰਤੀਆਂ, ਟੀਚਰਾਂ ਨੂੰ ਗੋਲੀਆਂ ਮਾਰਤੀਆਂ। ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉੱਥੇ ਧਾਰਮਿਕ ਸਥਾਨਾਂ ਤੇ ਵੀ ਹੁੰਦੀਆਂ ਸੀਗੀਆਂ, ਜਿੱਥੇ ਭੀੜ ਭੜੱਕੇ ਵਾਲੀ ਥਾਵਾਂ ਉੱਥੇ ਵੀ ਹੁੰਦੀਆਂ ਸੀ। ਇਹਦੇ ਪਿੱਛੇ ਜਿਹੜੀ ਤਾਜ਼ਾ ਘਟਨਾ ਵਾਪਰੀ ਉਹ ਕੀ ਹੈ? ਤਾਜ਼ਾ ਘਟਨਾ ਵਾਪਰੀ ਹੈ ਜੀ, ਇੱਕ ਫੈਡੈਕਸ ਨਾਂ ਦੀ ਕੋਰੀਅਰ ਕੰਪਨੀ ਹੈ, ਜਿਹਦੇ ਆਪਣਾ ਇੰਟਰਨੈਸ਼ਨਲ ਲੈਵਲ ਦਾ ਸੈਟਅਪ ਹੈ, ਨੈਟਵਰਕ। ਉਹਨਾਂ ਦੇ ਆਪਣੇ ਜਹਾਜ਼ ਆ, ਵੱਡੇ ਵੱਡੇ ਉਹਨਾਂ ਦੇ ਗਡਾਊਨ ਹੈ। ਤੁਸੀਂ ਅੱਜ ਚੀਜ਼ ਇੱਥੋਂ ਕੈਨੇਡਾ 'ਚ ਕੋਈ ਭੇਜਣੀ ਚਾਹੋ, ਅਮਰੀਕਾ 'ਚ ਜਾਂ ਇੰਡੀਆ ਭੇਜਣੀ ਚਾਹੋ, ਤੇ ਇੰਨੀ ਫਾਸਟ ਸਰਵਿਸ ਜਿਹੜੀ ਆ ਉਹ ਕਿਸੇ ਹੋਰ ਦੀ ਜਿੰਨੀ ਫੈਡੈਕਸ ਦੀ। ਇਹ ਫੈਡੈਕਸ ਦਾ ਇੱਕ ਵੇਅਰ ਹਾਊਸ ਸੀਗਾ ਜਿੱਥੇ ਇਹ ਘਟਨਾ ਵਾਪਰੀ ਆ। ਔਰ ਉਹ ਗੋਲੀ ਚਲਾਉਣ ਵਾਲਾ ਮੁੰਡਾ ਮੈਂ ਤਾਂ ਕਿਹਾ ਸਿਰਫ 19 ਸਾਲਾਂ ਦਾ ਸੀ। 19 ਸਾਲਾਂ ਦੇ ਮੁੰਡੇ ਨੂੰ ਕਿਸੇ ਨਾਲ ਕੀ ਵੈਰ ਹੋ ਸਕਦਾ? ਕਿਸੇ ਨਾਲ ਕੋਈ ਏਦਾਂ ਦੀ ਗੱਲ ਨਹੀਂ। ਚਲੋ ਜੇ ਇਹਦੀ ਅਜੇ ਖਬਰ ਬਾਹਰ ਨਹੀਂ ਆਈ ਕਿ ਇਹਦੇ ਪਿੱਛੇ ਰੀਜ਼ਨ ਕੀ ਸੀ, ਕਾਰਨ ਕੀ, ਫੌਰੀ ਕਾਰਨ ਕੀ ਬਣਿਆ। 19 ਸਾਲਾਂ ਦੇ ਮੁੰਡੇ ਨੂੰ ਗੋਲੀ ਚਲਾ ਕੇ 8 ਬੰਦੇ ਥਾਂ ਤੇ ਮਾਰ ਦੇਣ ਦੀ ਕੀ ਲੋੜ ਪਈ ਸੀ ਇਹਦੀ? ਕੀ ਉਹਦੀ ਮਜਬੂਰੀ ਸੀ, ਜਾਂ ਉਹਦੇ ਪਿੱਛੇ ਕਿਹੜੀ ਸਾਜ਼ਿਸ਼ ਸੀ? ਸਾਜ਼ਿਸ਼ ਤਾਂ ਕੋਈ ਨਹੀਂ ਲੱਗਦੀ, ਪਰ ਉਹ ਇੱਕੋ ਗੱਲ ਹੈ ਕਿ ਉੱਥੇ ਜੇ ਕਿਸੇ ਨੇ ਗੁੱਸਾ ਜ਼ਾਹਰ ਕਰਨਾ ਹੋਵੇ ਤੇ ਉਹ ਕਿਸੇ ਡੌਗੀ ਨੂੰ ਵੀ ਨਾ ਸੋਟੀ ਮਾਰਨ ਦੀ ਬਜਾਏ ਗੋਲੀ ਮਾਰਨਾ ਪਸੰਦ ਕਰਦਾ। ਇਸ ਤਰੀਕੇ ਦੀ ਹਾਲਾਤ ਜਿਹੜੇ ਆ ਉਹ ਉਸ ਦੇਸ਼ ਦੇ ਬਣੇ ਹੋਏ ਆ। ਦੁਨੀਆ ਦੀ ਸਭ ਤੋਂ ਵੱਡੀ ਤਾਕਤਵਰ ਕੰਟਰੀ ਹੈ, ਪੂਰੀ ਦੁਨੀਆ ਤੇ ਰਾਜ ਕਰਨਾ ਉਹਨਾਂ ਦਾ ਮਨਸੂਬਾ ਹੈ, ਪੂਰੀ ਦੁਨੀਆ ਨੂੰ ਡਰਾ ਕੇ ਰੱਖਣਾ ਵੀ ਉਹਨਾਂ ਦਾ ਮਨਸੂਬਾ ਹੈ। ਪਰ ਅੰਦਰ ਉਹਨਾਂ ਦੇ ਆਪਦੇ ਕੀ ਹੋ ਰਿਹਾ, ਇਹਦੇ ਵੱਲੋਂ ਸਰਕਾਰ ਨਾ ਤਾਂ ਪਹਿਲੀ ਟਰੰਪ ਵਾਲੀ, ਨਾ ਉਸ ਤੋਂ ਪਹਿਲੀ, ਤੇ ਨਾ ਅੱਜ ਵਾਲੀ ਫਿਕਰਮੰਦ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਜਦੋਂ ਘਟਨਾ ਵਾਪਰ ਜਾਂਦੀ ਹੈ ਉਦੋਂ ਦੇਸ਼ ਦਾ ਵੱਡੇ ਤੋਂ ਵੱਡਾ ਜਿਹੜਾ ਪੋਲੀਟੀਸ਼ੀਅਨ ਹੈ ਜਾਂ ਵੱਡੇ ਤੋਂ ਵੱਡਾ ਜਿਹੜਾ ਜ਼ਿੰਮੇਵਾਰ ਹੈਗਾ, ਉਹ ਵੱਧ ਤੋਂ ਵੱਧ ਇਹ ਕਹੂਗਾ ਕਿ ਬਹੁਤ ਮਾੜੀ ਗੱਲ ਹੋਈ ਹੈ, ਸਾਨੂੰ ਬੜਾ ਦੁੱਖ ਹੈ। ਇਦੋਂ ਦੁੱਖ ਪ੍ਰਗਟ ਕਰਨ ਤੋਂ ਬਿਨਾਂ ਹੋਰ ਦੂਜੀ ਗੱਲ ਅੱਜ ਤੱਕ ਉਹਨਾਂ ਨੇ ਨਹੀਂ ਕੀਤੀ। ਉਹਨਾਂ ਨੇ ਏਡੀਆਂ ਵੱਡੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਕਦੀ ਇਹਦਾ ਦਾ ਐਨਾਲਿਸਿਸ ਨਹੀਂ ਕੀਤਾ ਕਿ ਕਿਉਂ ਵਾਪਰਦੀਆਂ। ਉਹਨਾਂ ਨੂੰ ਪਤਾ ਕਿ ਇਹਦਾ ਸਾਰਾ ਕੁਝ ਜਿਹੜਾ ਕਾਰਨ ਆ
ਮੂਲ ਮੁੱਦਾ ਉਹ ਓਪਨ ਵਿਕਦੇ ਹਥਿਆਰ ਹੈ। ਜਿੱਦਾਂ ਮਨੈਰੀ ਦੀ ਦੁਕਾਨ ਤੋਂ ਦੀਵਾਲੀ ਦੇ ਦਿਨਾਂ ਦੇ ਵਿੱਚ ਪਟਾਕਿਆਂ ਵਾਲਾ ਪਿਸਤੌਲ ਨਹੀਂ ਲੈ ਕੇ ਆਉਂਦੇ, ਇੱਥੇ ਤੁਸੀਂ ਪਿਸਤੌਲ ਜਿਹੜਾ ਮਰਜ਼ੀ ਲੈ ਲਓ, ਜਿਹੜੀ ਮਰਜ਼ੀ ਗਨ ਲੈ ਲਓ, ਕੋਈ ਦਿੱਕਤ ਨਹੀਂ ਹੈ। ਠੀਕ ਹੈ ਜੀ, ਇਹ ਜਿਹੜਾ ਕਲਚਰ ਉੱਥੇ ਪਨਪ ਰਿਹਾ, ਜਿਹੜਾ ਦਿਨੋਂ ਦਿਨ ਮਜ਼ਬੂਤ ਹੋ ਰਿਹਾ, ਉਹਨੇ ਉੱਥੋਂ ਦੇ ਲੋਕਾਂ ਦੇ ਸਾਹ ਸੁਕਾਏ ਹੋਏ ਆ। ਆਉਣ ਵਾਲੇ ਦਿਨਾਂ ਵਿੱਚ ਇਹਦੀ ਘਟਨਾ ਦੀ ਪੜਤਾਲ ਕਿਸ ਤਰੀਕੇ ਨਾਲ ਉੱਥੋਂ ਦੀ ਪੁਲਿਸ ਕਰਦੀ ਹੈ, ਕਿਸ ਤਰੀਕੇ ਦੀ ਨਹੀਂ ਕਰਦੀ, ਉਹ ਮਾਣੇ ਨਹੀਂ ਰੱਖਦੀ। ਮਾਣੇ ਇਹ ਰੱਖਦੀ ਆ ਕਿ ਇਸ ਗਨ ਕਲਚਰ ਨੂੰ ਨੱਥ ਪਾਈ ਜਾਵੇ। ਇਹਦੇ ਵਿੱਚ ਤਾਂ ਇੱਕ ਹੋਰ MP ਸਿੰਘ ਜੀ ਸੋਚਣ ਵਾਲੀ ਗੱਲ ਆ, ਜੇ ਘੱਟ ਗਿਣਤੀਆਂ ਵਾਲੇ ਲੋਕ ਆ ਉਹ ਤਾਂ ਬਹੁਤ ਖਤਰੇ ਦੇ ਥੱਲੇ ਜਿਉਂਦੇ ਹੋਣਗੇ, ਕਿਉਂਕਿ ਨਸਲਕੁਸ਼ੀ ਤਾਂ ਹਰੇਕ ਦੇਸ਼ ਦੇ ਵਿੱਚ ਹੀ ਆ। ਉਹ ਇੱਕ ਵੱਖਰਾ ਵਿਸ਼ਾ, ਨਸਲਕੁਸ਼ੀ ਵਾਲਾ ਜਾਂ ਜਿਹੜਾ ਕਹਿ ਲਓ ਘੱਟ ਗਿਣਤੀਆਂ ਵਾਲਾ, ਉਹ ਇੱਕ ਵੱਖਰਾ ਵਿਸ਼ਾ। ਇਹ ਇੱਕ ਗੱਲ ਗਨ ਕਲਚਰ, ਜਿੱਦਾਂ ਨਸ਼ੇ ਦੇ ਵਪਾਰੀ ਨਹੀਂ ਹੈ, ਇੰਝ ਹੀ ਗਨਾਂ ਦੇ ਵਪਾਰੀ ਹੈ, ਹਥਿਆਰਾਂ ਦੇ ਵਪਾਰੀ ਹੈ। ਨਸ਼ੇ ਦੇ ਵਪਾਰੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਦਾ ਨਸ਼ਾ ਵੇਚਣਾ ਚਾਹੁੰਦੇ, ਉਹ ਕਿਸੇ ਵੀ ਹੱਦ ਤੱਕ ਜਾ ਸਕਦੇ। ਗਨ ਵੇਚਣ ਵਾਲੇ, ਗਨ ਮੈਨੂਫੈਕਚਰਰ ਜਿਹੜੇ ਹੈਗੇ ਆ, ਵੱਡੇ ਜਿਹੜੇ ਕਾਰਖਾਨੇਦਾਰ ਹੈਗੇ ਆ, ਇੰਡਸਟਰੀਜ਼ ਗਨ ਪ੍ਰੋਡਿਊਸ ਕਰਦੇ ਆ, ਉਹ ਵੀ ਕਿਸੇ ਵੀ ਪੱਧਰ ਤੇ ਜਾ ਸਕਦੇ। ਉਹਨਾਂ ਨੇ ਲੋਕਾਂ 'ਚ ਦਹਿਸ਼ਤ ਵੀ ਪਾ ਕੇ ਰੱਖਣੀ ਹੁੰਦੀ ਆ, ਲੋਕਾਂ ਦੀ ਲੋੜ ਵੀ ਬਣਾ ਕੇ ਰੱਖਣੀ ਹੁੰਦੀ ਆ। ਤੁਸੀਂ ਨੋਟ ਕੀਤਾ ਹੋਊ ਜਦੋਂ ਕਰੋਨਾ ਬਹੁਤ ਭਿਆਨਕ ਰੂਪ ਵਿੱਚ ਅਮਰੀਕਾ 'ਚ ਸਾਹਮਣੇ ਆਇਆ ਸੀ, ਵੈਰੀ ਫਸਟ ਬਿਗਨਿੰਗ, ਪਿਛਲੇ ਸਾਲ ਦੀ ਗੱਲ ਹੈ, ਤੇ ਉਨੀਆਂ ਲੰਬੀਆਂ ਲਾਈਨਾਂ ਫੂਡ ਦੀਆਂ ਦੁਕਾਨਾਂ ਤੇ ਸੀਗੀਆਂ, ਫੂਡ ਸਟੋਰ ਤੇ ਸੀਗੀ, ਉਦੋਂ ਵੱਧ ਲੰਬੀਆਂ ਲਾਈਨਾਂ ਜਿਹੜੀ ਸੀ ਗਨ ਸਟੋਰ ਤੇ ਸੀਗੀਆਂ। ਉਹ ਲੋਕ ਸੋਚਦੇ ਸੀਗੇ, ਜਿਹਨਾਂ ਕੋਲ 4 ਪੈਸੇ ਸੀਗੇ, ਕਿ ਜੇ ਕਰੋਨਾ 'ਚ ਇਸੇ ਤਰੀਕੇ ਨਾਲ ਪ੍ਰਭਾਵ ਪੈਣਾ ਸ਼ੁਰੂ ਹੋਇਆ, ਲੋਕਾਂ ਨੂੰ ਫੂਡ ਨਾ ਮਿਲਿਆ, ਲੋਕੀ ਭੁੱਖ ਨਾ ਮਰਦੇ ਹੋਏ, ਤੇ ਇਹਨਾਂ ਨੇ ਤਾਂ ਸਾਡੇ ਤੇ ਹਮਲੇ ਕਰ ਦੇਣਾ। ਠੀਕ ਹੈ ਜੀ, ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਹੋਰ ਕੁਝ ਨਹੀਂ ਉਹਨਾਂ ਨੇ ਹੀਲਾ ਵਸੀਲਾ ਸੋਚਿਆ, ਜਾਂ ਸਰਕਾਰ ਨੂੰ ਨਹੀਂ ਇਸ ਗੱਲ ਤੇ ਕਿਹਾ ਕਿ ਆਪਾਂ ਰਲ ਮਿਲ ਕੇ ਇਸ ਪ੍ਰੋਬਲਮ ਨੂੰ ਸੋਲਵ ਕਰਾਂਗੇ। ਉਹਨਾਂ ਨੇ ਵੱਧ ਤੋਂ ਵੱਧ ਹਥਿਆਰ ਆਪਦੇ ਘਰਾਂ 'ਚ ਜਮ੍ਹਾਂ ਕਰ ਲਏ, ਵੀ ਜੇ ਭੁੱਖੇ ਲੋਕ ਸਾਡੇ ਤੇ ਟੁੱਟ ਪਏ ਤੇ ਅਸੀਂ ਉਹਨਾਂ ਨੂੰ ਗੋਲੀਆਂ ਦਾ ਸਵਾਦ ਦਿਆਂਗੇ। ਚਲੋ, ਆਪਾਂ ਇਹ ਤਾਂ ਮੁੱਦਾ ਬੜਾ ਗਰਮਾਇਆ ਹੋਇਆ ਮੁੱਦਾ ਕਿ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਗੋਲੀਬਾਰੀ ਦਾ, ਬੰਦੇ ਮਰ ਗਏ, ਬਹੁਤ ਮਾੜੀ ਗੱਲ ਆ। ਹੁਣ ਆਪਾਂ ਚਲੋ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ। ਕਿਸਾਨੀ ਅੰਦੋਲਨ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਉੱਥੇ ਡਟੇ ਬੈਠੇ ਆ ਦਿੱਲੀਆਂ ਦੀਆਂ ਸਰਹੱਦ ਦੇ ਉੱਤੇ, ਪਰ ਜਿਹੜੀ ਸਰਕਾਰ ਆ ਉਹ ਨਵੇਂ ਆਪਦੇ ਪੈਂਤੜੇ ਖੇਡ ਰਹੀ ਆ। ਕਿਸਾਨਾਂ ਦੇ ਵਿੱਚ ਹੁਣ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਉਹ ਕੀ ਸਾਰਾ ਮਸਲਾ ਹੈਗਾ, ਇਹ ਸਾਰੀ ਤਾਜ਼ਾ ਸਥਿਤੀ ਕੀ ਆ ਉੱਥੋਂ ਦੀ ਅੱਜ? ਭਿੰਡਰ ਸਾਹਿਬ, 26 ਜਨਵਰੀ 2021 ਵਾਲੀ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਸਰਕਾਰ ਨੇ ਆਪਦੀ ਨੀਤੀ ਬਦਲ ਲਈ ਜੀ। ਨੀਅਤ ਤੇ ਨੀਤੀ ਤਾਂ ਉਹਨਾਂ ਦੀ ਪਹਿਲਾਂ ਵੀ ਇਹੀ ਸੀ ਕਿ ਅਸੀਂ ਮੰਨਣਾ ਮਨਾਉਣਾ ਕੁਝ ਨਹੀਂ। 10-11 ਮੀਟਿੰਗਾਂ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਹੋਈਆਂ, ਲੀਡਰਸ਼ਿਪ ਨਾਲ ਹੋਈਆਂ, ਮੰਨੇ ਉਹਦੇ ਵਿੱਚ ਵੀ ਕੁਝ ਨਹੀਂ ਸੀ। ਹਾਂ, ਅੱਖਾਂ ਪੂੰਝਣ ਦੀ ਖਾਤਰ ਉਹ ਕਹਿੰਦੇ ਰਹੇ ਕਿ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਆਹ ਧਾਰਾ ਠੀਕ ਨਹੀਂ, ਇਹ ਧਾਰਾ ਠੀਕ ਨਹੀਂ, ਇਹਨੂੰ ਅਸੀਂ ਬਦਲ ਦਿੰਦੇ ਹਾਂ, ਇਹਨੂੰ ਅਸੀਂ ਵਿੱਚੋਂ ਕੱਢ ਦਿੰਦੇ ਹਾਂ, ਤੁਸੀਂ ਕਾਨੂੰਨ ਐਜ਼ ਇਟ ਇਜ਼ ਰਹਿਣ ਦਿਓ। ਪਰ ਕਿਸਾਨ ਇਸ ਗੱਲ ਤੇ ਬਜਿੱਦ ਸੀ, ਅੜੇ ਹੋਏ ਸੀ। ਉਹਨਾਂ ਨੂੰ ਪਤਾ ਸੀਗਾ ਕਿ ਇਹ ਕਾਨੂੰਨ ਜਿਹੜੇ ਆ ਉਹਨਾਂ ਦੀ ਮੌਤ ਦੇ ਵਾਰੰਟ ਹੈ, ਉਹਨਾਂ ਨੇ ਇਹਨਾਂ ਤੋਂ ਪਿੱਛੇ ਨਹੀਂ ਹਟੇ। ਪਰ 26 ਵਾਲੀ ਘਟਨਾ ਤੋਂ ਬਾਅਦ ਹਾਲਾਤ ਮੁੱਢੋਂ ਸੁੱਢੋਂ ਬਦਲ ਗਏ। ਉਹਨਾਂ ਨੂੰ ਸਭ ਤੋਂ ਵੱਡਾ ਇੰਪ੍ਰੈਸ਼ਨ ਚਲਾ ਗਿਆ ਕਿ ਇਹ ਇੱਕ ਮੁੱਠ ਨਹੀਂ ਹੈਗੇ। ਉਹਨਾਂ ਨੂੰ ਇਹ ਵੀ ਇੰਪ੍ਰੈਸ਼ਨ ਚਲਾ ਗਿਆ ਕਿ ਇਹਨਾਂ ਦੇ ਵਿੱਚ ਕਿਹੜੀ ਵਿਚਾਰਧਾਰਾ ਜਿਹੜੀ ਆ ਉਹ ਪਨਪ ਰਹੀ ਆ, ਜਾਂ ਕਿਹੜੀ ਵਿਚਾਰਧਾਰਾ ਦੇ ਲੋਕ ਆ, ਉਹਨਾਂ ਨੇ ਆਪਦੇ ਢੰਗ ਨਾਲ ਉਹਨਾਂ ਨੂੰ ਵਰਤਣਾ ਸ਼ੁਰੂ ਕਰਤਾ। 26 ਵਾਲੀ ਘਟਨਾ ਬਾਰੇ ਵੀ ਬਾਰ-ਬਾਰ ਅਸੀਂ ਲੋਕ ਸਪਸ਼ਟ ਕਰ ਚੁੱਕੇ ਹਾਂ ਕਿ ਇਹ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਸੀਗੀ। ਉਸ ਸਾਜ਼ਿਸ਼ ਦੇ ਸ਼ਿਕਾਰ ਹੋ ਗਏ ਲੋਕ। ਉਸ ਸਾਜ਼ਿਸ਼ ਨੇ ਆਹ ਦਿਨ ਵਿਖਾਤੇ ਕਿ ਜਦੋਂ ਅੱਤ ਦੀ ਠੰਡ ਵੀ ਕਿਸਾਨਾਂ ਨੇ ਉੱਥੇ ਝੱਲੀ ਤੇ ਹੁਣ ਅੱਤ ਦੀ ਗਰਮੀ ਵੀ ਝੱਲਣ ਲਈ ਮਜਬੂਰ ਹੋ ਗਏ। ਹੁਣ ਤੁਸੀਂ ਦੇਖੋ, ਉਸ ਤੋਂ ਬਾਅਦ ਦੀਆਂ ਘਟਨਾਵਾਂ ਦੇ ਵਿੱਚ ਸਰਕਾਰੀ ਏਜੰਸੀਆਂ ਨੇ ਕੋਈ ਕਸਰ ਆਪਦੇ ਵੱਲੋਂ ਨਹੀਂ ਛੱਡੀ ਕਿ ਕਿਸਾਨਾਂ ਨੂੰ ਅੱਡੋ-ਪੱਟ ਕੀਤਾ ਜਾਵੇ। ਉਹਨਾਂ ਨੇ ਉੱਥੇ ਲੜਾਈਆਂ ਵੀ ਕਰਵਾਈਆਂ, ਉੱਥੇ ਉਹਨਾਂ ਨੇ ਅੱਗਾਂ ਵੀ ਲਾਈਆਂ, ਉੱਥੇ ਉਹਨਾਂ ਨੇ ਇਸ ਤਰੀਕੇ ਦੀਆਂ ਐਕਟੀਵਿਟੀਜ਼ ਵੀ ਕੀਤੀਆਂ ਕਿ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਭਜਾਇਆ ਜਾਵੇ। ਇਹ ਸਾਰਾ ਕੁਝ 26 ਤੋਂ ਬਾਅਦ ਹੋਇਆ। ਪਰ ਹਾਲਾਤ ਜਿਹੜੇ ਸੀਗੇ ਉਹ ਸੰਭਲੇ। ਕਿਸਾਨਾਂ ਨੇ ਆਪਦੇ ਆਪ ਨੂੰ ਦੁਬਾਰਾ ਮਜ਼ਬੂਤ ਕੀਤਾ, ਦੁਬਾਰਾ ਪੈਰਾਂ ਤੇ ਜਿਹੜੀ ਸੀ ਅੰਦੋਲਨ ਖੜਾ ਹੋਇਆ। ਹੁਣ ਸਰਕਾਰ ਦੇ ਕੋਲ ਇੱਕ ਬਹੁਤ ਮਜ਼ਬੂਤ ਬਹਾਨਾ ਕਿ ਕਰੋਨਾ ਬਹੁਤ ਤੇਜ਼ੀ ਨਾਲ ਵੱਧ ਰਿਹਾ, ਔਰ ਦਿੱਲੀ ਦੇ ਬਾਰਡਰ ਦੇ ਉੱਤੇ ਜਿਹੜੇ ਬੈਠੇ ਆ ਕਿਸਾਨ, ਇਹਨਾਂ ਦੇ ਵਿੱਚ ਜੇ ਕਰੋਨਾ ਆ ਗਿਆ ਤਾਂ ਇਹ ਤੇਜ਼ੀ ਨਾਲ ਫੈਲ ਜਾਊਗਾ, ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ, ਹੁਣ ਲੱਖਾਂ ਤਾਂ ਚਲੋ ਮੈਂ ਨਹੀਂ ਕਹਿੰਦਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੇ ਵੀ ਕਿਸਾਨ ਉੱਥੇ ਹੈਗੇ ਆ, ਕਿਉਂਕਿ ਬਹੁਤੇ ਕਿਸਾਨ ਜਿਹੜੇ ਆ ਉਹ ਆਪਦੇ ਘਰਾਂ ਨੂੰ ਵਾਪਸ ਆਏ ਹੋਏ ਆ ਇਹ ਸੋਚ ਕੇ
ਕਿ ਅਸੀਂ ਆਪਦੀ ਖੇਤੀਬਾੜੀ ਸਾਂਭ ਲਈਏ, ਉਦੋਂ ਬਾਅਦ ਅਸੀਂ ਵਿਹਲੇ ਹੀ ਆ, ਫਿਰ ਉੱਥੇ ਪਹੁੰਚ ਜਾਵਾਂਗੇ, ਪਹੁੰਚ ਵੀ ਜਾਣਗੇ। ਹੁਣ ਉਹ ਜਿਹੜੀ ਹਾਲਾਤ ਬਣੇ ਆ, ਉਹ ਕਰੋਨਾ ਦਾ ਬਹਾਨਾ ਬਣਾ ਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਖਦੇੜ ਦੇਣਾ ਚਾਹੁੰਦੇ ਆ। ਇਹਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਪਈ ਹੋਈ ਆ, ਉਹ ਤੇ ਚਰਚਾ ਵੀ ਹੋਣੀ ਆ, ਉਹਦੇ ਤੇ ਫੈਸਲਾ ਵੀ ਆਉਣਾ। ਹੋ ਸਕਦਾ ਸਰਕਾਰ ਸੁਪਰੀਮ ਕੋਰਟ ਦੇ ਕੋਲੋਂ ਇਹੋ ਜਿਹੀ ਗੱਲ ਕਹਾਵੇ ਕਿ ਦੇਸ਼ ਦੇ ਹਾਲਾਤ ਠੀਕ ਨਹੀਂ ਹੈਗੇ, ਕਰੋਨਾ ਬਹੁਤ ਤੇਜ਼ੀ ਨਾਲ ਵੱਧ ਰਿਹਾ, ਅਸੀਂ ਨਹੀਂ ਚਾਹੁੰਦੇ ਕਿਸਾਨ ਜਿਹੜੇ ਇੱਥੇ ਬੈਠੇ ਮਰ ਜਾਣ, ਇਹ ਆਪੋ ਆਪਣੇ ਘਰੀ ਜਾਣ। ਇੱਕ ਬਹਾਨਾ। ਦੂਜੇ ਪਾਸੇ ਸਰਕਾਰ ਨੇ, ਹਰਿਆਣਾ ਸਰਕਾਰ ਨੇ ਇਦਾਂ ਦੀ ਕੋਸ਼ਿਸ਼, ਇਹ ਜ਼ਿੰਮੇਵਾਰੀ ਕਿਉਂਕਿ ਹਰਿਆਣਾ ਗੌਰਮੈਂਟ ਨੂੰ ਦਿੱਤੀ ਗਈ ਸੀ ਜਿਹੜੀ ਕਿ ਇਹਨਾਂ ਨੂੰ ਉੱਥੋਂ ਉਠਾਇਆ ਜਾਵੇ ਕਿਸੇ ਤਰੀਕੇ ਨਾਲ। ਹੁਣ ਹਰਿਆਣਾ ਗੌਰਮੈਂਟ ਨੇ ਆਪਣੇ ਲੈਵਲ ਤੇ 3-4 ਮੰਤਰੀਆਂ ਦੀ ਇੱਕ ਕਮੇਟੀ ਬਣਾਈ ਹੈ ਜਿਹੜੀ ਅਪਰੋਚ ਕਰ ਰਹੀ ਹੈ ਕਿਸਾਨਾਂ ਨੂੰ ਵੀ, ਔਰ ਨਾਲ ਦੀ ਨਾਲ ਉਹ ਸੈਂਟਰ ਗਵਰਨਮੈਂਟ ਨੂੰ ਵੀ ਅਪਰੋਚ ਕਰ ਰਹੀ ਹੈ ਕਿ ਇਹ ਮਸਲਾ ਕਿਸ ਤਰੀਕੇ ਨਾਲ ਨਿਬੜੋ। ਜੇ ਨਾ ਨਿਬੜਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਹਾਲਤ ਜਿਹੜੀ ਆ ਉਹ ਬਹੁਤ ਖਰਾਬ ਹੋ ਜਾਊ। ਖਰਾਬ ਇਸ ਕਰਕੇ ਵੀ ਹੋ ਰਹੀ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡਾ ਦਬਾਅ ਬਣਿਆ ਹੋਇਆ ਕਿ ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣਦੇ। ਹਾਲਾਤ ਇਸ ਕਰਕੇ ਵੀ ਵਿਗੜੀ ਹੋਈ ਹੈ ਕਿ ਰਾਜ ਕਰਦੀ ਪਾਰਟੀ ਦੇ ਅੰਦਰ ਫੁੱਟ ਬਹੁਤ ਵੱਡੇ ਪੱਧਰ ਤੇ ਪਈ ਹੋਈ ਹੈ। ਹਾਲਾਤ ਇਸ ਕਰਕੇ ਵੀ ਵਿਗੜੇ ਹੋਏ ਆ ਕਿ ਕਰੋਨਾ ਦਾ ਜਿਹੜਾ ਉਹ ਸੰਕਟ ਗਹਿਰਾ ਹੁੰਦਾ ਜਾਂਦਾ। ਇਸ ਗੱਲ ਦੀ ਇਹ ਜਿਹੜੀ ਸਰਕਾਰ ਆਪਣੇ ਵੱਲੋਂ ਇਹ ਦਿਖਾਉਣ ਦੀ ਤਾਂ ਕੋਸ਼ਿਸ਼ ਕਰਦੀ ਹੈ ਕਿ ਸਾਨੂੰ ਪਰਵਾਹ ਨਹੀਂ, ਕਿਸਾਨਾਂ ਦੀਆਂ ਮੰਗਾਂ ਦੀ ਅਸੀਂ ਤਾਂ ਨਹੀਂ ਮੰਨਣੀਆਂ। ਉਹ ਬਾਰ-ਬਾਰ ਹੀ ਇਹ ਗੱਲ ਕਹੀ ਜਾਂਦੇ ਆ, ਪਰ ਨਾਲ ਨਾਲ ਇਹ ਵੀ ਕਹੀ ਜਾਂਦੇ ਆ ਕਿ ਤੁਹਾਨੂੰ ਆਪਣੇ ਘਰੀ ਚਲ ਜਾਣਾ ਚਾਹੀਦਾ। ਜਦੋਂ ਕਰੋਨਾ ਦਾ ਕਹਿਰ ਹਟ ਗਿਆ ਤੁਸੀਂ ਮੁੜ ਕੇ ਆ ਜਾਈਓ। ਇੱਦਾਂ ਕਿਸੇ ਨੇ ਨਹੀਂ ਜਾਣਾ ਤੇ ਨਾ ਕਿਸੇ ਨੇ ਮੁੜ ਕੇ ਆਉਣਾ। ਮੈਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਰਾਹੀਂ ਜਾਂ ਜਿਹੜੇ ਪੈਰਾਮਿਲਟਰੀ ਫੋਰਸਿਸ ਹੈਗੇ ਆ ਉਹਨਾਂ ਦੇ ਰਾਹੀਂ ਕਿਸਾਨਾਂ ਨੂੰ ਉੱਥੋਂ ਭਜਾਉਣ ਦੇ ਲਈ ਕੋਸ਼ਿਸ਼ ਕੀਤੀ ਜਾਊਗੀ। ਕਿਸਾਨ ਕਿੰਨੇ ਕੁ ਮਜ਼ਬੂਤ ਹੋ ਕੇ ਇਸ ਸਥਿਤੀ ਦਾ ਮੁਕਾਬਲਾ ਕਰਦੇ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਤੁਸੀਂ ਕਰੋਨਾ ਦੀ ਗੱਲ ਕੀਤੀ ਹੈ, ਦੁਨੀਆ ਭਰ ਦੇ ਵਿੱਚ ਕਰੋਨਾ ਦਾ ਕਹਿਰ ਪੂਰਾ ਜਿਹੜਾ ਜੋਬਨ ਤੇ ਆ, ਫਿਰ ਡਰ ਦਾ ਮਾਹੌਲ ਆ। ਸਾਰੇ ਸੂਬਿਆਂ ਦੇ ਜਿਹੜੇ ਲੋਕ ਆ ਉਹ ਡਰੇ ਹੋਏ ਆ। ਸਰਕਾਰਾਂ ਪਰ ਇਸ ਮੁੱਦੇ ਤੇ ਬੇਖਬਰ ਆ, ਕਿਉਂਕਿ ਬੇਖਬਰ ਆਪਾਂ ਤਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਆਪ ਇਸ ਮੁੱਦੇ ਲਈ ਚੁੱਪ ਬੈਠੀਆਂ ਜਾਂ ਉਹ ਇਸ ਨੂੰ ਆਪ ਨਹੀਂ ਇੰਪਲੀਮੈਂਟ ਕਰ ਰਹੀਆਂ। ਇਹ ਸਾਰਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਵਿੱਖ ਆ ਇਸ ਚੀਜ਼ ਦਾ? ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਦੁਨੀਆ ਭਰ ਵਿੱਚ ਕਰੋਨਾ ਦੇ ਲਈ ਸਰਕਾਰਾਂ ਫਿਕਰਮੰਦ ਆ, ਲੋਕ ਫਿਕਰਮੰਦ ਆ। ਲੋਕਾਂ ਦੀ ਜਾਨ ਮੁੱਠੀ ਚਾਈ ਹੋਈ ਹੈ। ਸਾਰੇ ਦੇਸ਼ਾਂ ਵਿੱਚ ਇਹ ਹਾਲਤ ਹੈ। ਜਿੱਥੇ ਦੀਆਂ ਸਰਕਾਰਾਂ ਨੇ ਬੜੀ ਸੰਜੀਦਗੀ ਨਾਲ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਤਾਂ ਕਰ ਰਹੀ ਹੈ, ਉੱਥੇ ਸਥਿਤੀ ਕੰਟਰੋਲ 'ਚ ਹੈਗੀ ਆ। ਪਰ ਫਿਰ ਵੀ ਨਹੀਂ ਪਤਾ ਲੱਗਦਾ। ਸਵੇਰੇ ਅਸੀਂ ਕਹਿੰਦੇ ਕੰਟਰੋਲ 'ਚ, ਸ਼ਾਮ ਨੂੰ ਨਵੇਂ ਕੇਸ ਸਾਹਮਣੇ ਆ ਜਾਂਦੇ। ਭਾਰਤ ਦੀ ਹਾਲਤ ਜਿਹੜੀ ਉਹ ਬਿਲਕੁਲ ਵੱਖਰੀ ਹੈ। ਉੱਥੇ ਦੀ ਸਰਕਾਰ ਜਿਹੜੀ ਆ ਉਹ ਕਰੋਨਾ ਬਾਰੇ ਫਿਕਰਮੰਦ ਨਹੀਂ ਹੈ, ਚੋਣਾਂ ਬਾਰੇ ਫਿਕਰਮੰਦ ਹੈ। ਅੱਜ ਪੱਛਮੀ ਬੰਗਾਲ ਦੇ ਵਿੱਚ 5ਵੇਂ ਗੇੜ ਦੀਆਂ ਚੋਣਾਂ ਹੋ ਰਹੀਆਂ, ਅਜੇ 3 ਗੇੜ ਹੋਰ ਰਹਿੰਦੇ। 5 ਸੂਬਿਆਂ 'ਚ ਚੋਣਾਂ ਹੋ ਰਹੀਆਂ ਸੀਗੀਆਂ, 4 'ਚ ਪਹਿਲਾਂ ਕੰਪਲੀਟ ਹੋ ਗਈਆਂ। ਪੱਛਮੀ ਬੰਗਾਲ ਜਿਹੜਾ ਵਾ ਉਹਦੇ ਬਾਰੇ ਉੱਥੋਂ ਦੀ ਰਾਜ ਕਰਦੀ ਪਾਰਟੀ ਸੈਂਟਰ ਗਵਰਨਮੈਂਟ ਦੀ ਜਿਹੜੀ ਹੈਗੀ ਆ BJP, ਜਿਹੜੀ ਜਾਂ ਮੋਦੀ ਸਰਕਾਰ ਕਹਿ ਸਕਦੇ ਆ, ਉਹਨਾਂ ਨੇ ਤਹਈਆ ਕੀਤਾ ਹੋਇਆ, ਪੱਕਾ ਫੈਸਲਾ ਕੀਤਾ ਕਿ ਬੰਗਾਲ ਦੇ ਉੱਤੇ ਝੰਡਾ ਸੀ ਆਪਦਾ ਗੱਡਣਾ ਭਾਵੇਂ ਕੁਛ ਹੋ ਜਾਏ। ਉਹਦੇ ਲਈ ਉਹ ਕਰੋਨਾ ਦੀ ਪਰਵਾਹ ਨਹੀਂ ਕਰਦੇ। ਉੱਥੇ ਜਾ ਕੇ ਰੈਲੀਆਂ ਕਰਦੇ, ਬੇਸ਼ੁਮਾਰ ਰੈਲੀਆਂ ਕਰਦੇ ਹੈਗੇ। ਦੋਨੋਂ ਧਿਰਾਂ ਕਰਦੀਆਂ, ਜਿਹੜੀਆਂ ਰਾਜਨੀਤਿਕ ਪਾਰਟੀਆਂ ਹੋਰ ਉੱਥੇ ਇਲੈਕਸ਼ਨ ਲੜ ਰਹੀਆਂ, ਮਮਤਾ ਬੈਨਰਜੀ ਦੀ ਰੈਲੀਆਂ ਉਹ ਵੀ ਕਰ ਰਹੀ ਹੈ, ਰੈਲੀਆਂ BJP ਵੀ ਕਰ ਰਹੀ ਹੈ। ਉਦੋਂ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਕੋਈ ਧਿਆਨ ਨਹੀਂ, ਉਦੋਂ ਉੱਥੇ ਮਾਸਕ ਪਾਉਣ ਦਾ ਕੋਈ ਜਿਹੜਾ ਚੇਤਾ ਨਹੀਂ ਆਉਂਦਾ। ਪਰ ਸਕੂਲ ਜਿਹੜੇ ਉਹ ਬੰਦ, ਕਾਲਜ ਬੰਦ, ਯੂਨੀਵਰਸਿਟੀਆਂ ਬੰਦ, ਲਾਕਡਾਊਨ ਦੀ ਪੋਜੀਸ਼ਨ ਹੋ ਗਈ। ਚੰਡੀਗੜ੍ਹ ਔਰ ਜਿਹੜਾ ਦਿੱਲੀ ਆ ਉਹਦੇ ਵਿੱਚ ਜਿਹੜਾ ਵੀਕਐਂਡ ਲਾਕਡਾਊਨ ਕੀਤਾ ਜਾ ਰਿਹਾ। ਮਹਾਰਾਸ਼ਟਰ ਦੀ ਹਾਲਤ ਜਿਹੜੀ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ ਹੈਗੀ। ਗੁਜਰਾਤ ਇਟਸੈਲਫ, ਜਿੱਥੋਂ ਪ੍ਰਧਾਨ ਮੰਤਰੀ ਰਿਪਰੈਜ਼ੈਂਟ ਕਰਦੇ ਹੈਗੇ, ਉਹਨਾਂ ਦੇ ਆਪਦੇ ਸੂਬੇ ਦੇ ਵਿੱਚ ਹਾਲਾਤ ਇਹ ਹੈ। ਸੂਰਤ ਸ਼ਹਿਰ ਇੱਕ ਬਹੁਤ ਵਧੀਆ ਸ਼ਹਿਰ ਹੈ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਸੂਰਤ ਸ਼ਹਿਰ ਦੇ ਵਿੱਚ ਇਲੈਕਟ੍ਰੋਨਿਕ ਭੱਠੀਆਂ ਦੇ ਨਾਲ ਸੰਸਕਾਰ ਕੀਤੇ ਜਾਂਦੇ ਸੀਗੇ। ਇੰਨੀ ਤੇਜ਼ੀ ਦੇ ਨਾਲ ਉੱਥੇ ਡੈੱਡ ਬੋਡੀਜ਼ ਨੂੰ ਭੱਠੀ ਦੇ ਵਿੱਚ ਰੱਖਿਆ ਗਿਆ ਕਿ ਭੱਠੀ ਮੈਲਟ ਹੋ ਗਈ। ਤੁਸੀਂ ਲਾ ਲਓ ਸਾਹਿਬ ਵੀ ਉਹ ਕੰਮ ਹੀ ਬੰਦ ਹੋ ਗਿਆ। ਇਹੋ ਜਿਹੀ ਹਾਲਤ ਬਣ ਗਈ ਕਿ ਲੋਕਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਹੀ ਨਹੀਂ ਮਿਲੀ। ਉਹਨਾਂ ਨੂੰ ਟੋਕਨ ਦਿੱਤੇ ਜਾਂਦੇ। ਲੋਕਾਂ ਨੇ ਸ਼ਮਸ਼ਾਨ ਘਾਟ ਵਿੱਚ ਹੁਣ ਸਿਵਾ ਇੱਕ ਬਲਦਾ, ਉਹ 5-7 ਘੰਟੇ ਤਾਂ ਬਲਦਾ ਹੀ ਹੈ ਨਾ ਜੀ। ਉਸ ਤੋਂ ਬਾਅਦ ਉਹਦੀ ਜਿਹੜੀ ਅੱਗ ਜਾਂ ਕੋਲਾ ਜਾਂ ਲੱਕੜਾਂ ਦਾ ਹੁੰਦਾ ਉਹ ਪਾਸੇ ਕੀਤਾ ਜਾਂਦਾ, ਫਿਰ ਜਗ੍ਹਾ ਬਣੂਗੀ। ਨਹੀਂ ਬਣੀ, ਲੋਕਾਂ ਨੇ ਸੜਕਾਂ ਦੇ ਸੰਸਕਾਰ ਸ਼ੁਰੂ ਕਰ ਦਿੱਤੇ। ਕਬਰਸਤਾਨ ਦੇ ਵਿੱਚ ਹਾਲਤ ਇਹ ਹੈ ਕਿ ਕਬਰਸਤਾਨ 'ਚ ਜਗ੍ਹਾ ਹੀ ਹੈ ਨਹੀਂ,
ਹੋਰ ਕਬਰਾਂ ਕਿੱਥੋਂ ਪੱਟੀਆਂ ਜਾਣ। ਮਤਲਬ ਇਸ ਤਰੀਕੇ ਦੀ ਹਾਲਤ ਜਿਹੜੀ ਬਣਦੀ ਜਾਂਦੀ ਆ, ਸਰਕਾਰ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਹੁਣ ਦੇਖੋ ਜੇ ਅਸੀਂ ਕਹੀਏ ਜੀ ਵੀ ਸਰਕਾਰ ਜਿਹੜੀ ਆ ਉਹ ਬੜੀ ਫਿਕਰਮੰਦ ਹੈ, ਉਹ ਰੋਜ਼ ਬਿਆਨ ਦਿੰਦੀ ਹੈ, ਹਾਂਜੀ, ਜੇ ਫਿਕਰਮੰਦ ਹੁੰਦੀ 1 ਸਾਲ ਹੋ ਗਿਆ, ਕਿੰਨੇ ਕੁ ਹਸਪੀਟਲ ਹੋਰ ਬਣਾ ਲਏ ਆ ਜਿਹੜੇ ਕਰੋਨਾ ਦੀ ਇਸ ਮਹਾਮਾਰੀ ਦਾ ਮੁਕਾਬਲਾ ਕਰ ਸਕਣਗੇ। ਅੱਜ ਦੀ ਤਰੀਕ ਦੇ ਵਿੱਚ ਆਕਸੀਜਨ ਨਹੀਂ ਹੈਗੀ ਹਸਪਤਾਲਾਂ ਦੇ ਵਿੱਚ। ਹਸਪਤਾਲ ਦੇ ਵਿੱਚ ਕੋਈ ਪੇਸ਼ੈਂਟ ਚਲੇ ਜਾਂਦਾ ਤੇ ਉਹ ਕਹਿੰਦੇ ਜੀ ਅਸੀਂ ਤਾਂ, ਸਾਡੇ ਕੋਲ ਤਾਂ ਪ੍ਰਬੰਧ ਹੀ ਹੈ ਨਹੀਂ, ਨਾ ਉਹਨਾਂ ਵਾਸਤੇ ਬੈੱਡ ਹੈ, ਨਾ ਉਹਨਾਂ ਵਾਸਤੇ ਵੈਂਟੀਲੇਟਰ, ਨਾ ਉਹਨਾਂ ਵਾਸਤੇ ਆਕਸੀਜਨ। ਤੇ ਉਹ ਕਿੰਨੇ ਕੁ 1 ਸਾਲ ਲਈ ਪ੍ਰਬੰਧ ਕਰ ਰਹੇ? 1 ਸਾਲ ਵਿੱਚ ਕੁਛ ਨਹੀਂ ਕੀਤਾ ਕੀ ਹੈ? ਸਿਰਫ ਇਹ ਦਿਨੋਂ ਦਿਨ ਕੋਸ਼ਿਸ਼ ਕੀਤੀ ਗਈ ਕਿ ਇਸ ਸੂਬੇ ਵਿੱਚ ਵੀ ਸਾਡੀ ਸਰਕਾਰ ਬਣ ਜਾਏ, ਉਸ ਸੂਬੇ ਵਿੱਚ ਵੀ ਸਾਡੀ ਸਰਕਾਰ ਬਣ ਜਾਏ। ਉਹਨਾਂ ਦੀ ਕੋਸ਼ਿਸ਼ ਰਹੀ ਹੈ ਮੱਧ ਪ੍ਰਦੇਸ਼ ਵਿੱਚ ਵੀ ਕਿ ਉਹਨਾਂ ਨੇ ਜੋ ਕੁਛ ਕੀਤਾ, ਉਹਨਾਂ ਉੱਤਰਾਖੰਡ 'ਚ ਵੀ ਜੋ ਕੁਛ ਕੀਤਾ, ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਵੀ ਜਿਹੜੇ ਹੱਥ ਕੰਡੇ ਅਪਣਾਏ ਆ, ਇਹ ਕੀਤਾ। ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਕੁਛ ਨਹੀਂ ਕੀਤਾ। ਤੁਸੀਂ ਸਰਕਾਰਾਂ ਦੇ ਬੇਫਿਕਰੀ ਦੀ ਗੱਲ ਕੀਤੀ ਹੈ ਕਿ ਸਰਕਾਰਾਂ ਫਿਕਰ ਨਹੀਂ ਕਰਦੀਆਂ। ਜੇ ਆਪਾਂ ਦੇਖ ਲਈਏ ਕੁੰਭ ਦਾ ਮੇਲਾ ਉੱਥੇ ਬਹੁਤ ਅੱਜ ਦੀ ਡੇਟ ਦੇ ਵਿੱਚ ਭਰਿਆ ਹੋਇਆ, ਦੁਨੀਆ ਭਰ ਦਾ ਸਾਧੂ ਉੱਥੇ ਪਹੁੰਚਿਆ, ਜਾਂ ਹਿੰਦੂ ਧਰਮ ਨਾਲ ਰਿਲੇਟਡ ਸਾਰੇ ਬੰਦੇ ਉੱਥੇ ਪਹੁੰਚੇ ਹੋਏ ਆ। ਉੱਥੇ ਬਹੁਤ ਸਾਰੇ ਜਿਹੜੇ ਸਾਧੂ ਆ ਉਹ ਆਪਸ ਵਿੱਚ ਹੀ ਲੜ ਕੇ ਮਰੀ ਜਾਂਦੇ। ਮਸਲਾ ਕੀ ਹੈ ਸਾਰਾ? ਉਹ ਲੜਾਈ ਹੋਈ ਆ ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਬਹੁਤ ਸਾਰੇ ਚੈਨਲ ਆ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉੱਥੇ ਕਹਿੰਦੇ ਜੀ ਆਹ ਦੇਖੋ ਇੰਨਾ ਇਕੱਠ ਆ ਜੀ, ਇੱਥੇ ਕਰੋਨਾ ਫੈਲਾਉਣ ਦਾ ਖਤਰਾ ਵਾ। ਹੁਣ ਕੁੰਭ ਦਾ ਮੇਲਾ ਉੱਥੇ ਇੰਨਾ ਭਰਿਆ ਹੋਇਆ, ਉੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਹੁਣ ਉੱਥੇ ਦੂਸਰੇ ਪਾਸੇ ਜਿਹੜੇ ਆਮ ਚੈਨਲ ਸੀਗੇ ਉਹਨਾਂ ਨੇ ਵੀ ਇਹ ਕਹਿਣਾ, ਹੁਣ ਸਰਕਾਰ ਪੱਖੀ ਚੈਨਲਾਂ ਨੇ ਸਾਨੂੰ ਕਹਿਣ 'ਚ ਕੋਈ ਹਰਜ ਨਹੀਂ ਹੋਊਗਾ ਕਿ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਕਰੋਨਾ ਤੇ ਆਸਥਾ ਭਾਰੀ ਹੋ ਗਈ। ਆਹ ਦੇਖੋ ਜੀ ਕਰੋਨਾ ਤੇ ਆਸਥਾ ਭਾਰੀ ਹੋ ਗਈ, ਆਸਥਾ ਨੇ ਕਰੋਨਾ ਨੂੰ ਢਾਲ ਲਾਤੀ। ਕੀ ਮਸਲਾ ਇਹ ਸਾਰਾ? ਉੱਥੇ ਸਾਰੇ ਇੰਨਾ ਇਕੱਠਾ, ਸਾਧੂ ਮਰੀ ਜਾਂਦੇ ਆਪਸ ਵਿੱਚ ਲੜ ਕੇ, ਸਾਰੀ ਕਹਾਣੀ ਕੀ ਹੈ? ਕੁੰਭ ਦਾ ਮੇਲਾ ਜਿਹੜਾ ਜੀ ਇੱਕ ਧਾਰਮਿਕ ਆਸਥਾ ਦਾ ਮੇਲਾ ਜੀ, ਔਰ 12 ਸਾਲੀ ਕੁੰਭ ਦਾ ਮੇਲਾ ਲੱਗਦਾ ਜੀ। 12 ਸਾਲ ਬਾਅਦ ਬਿਲਕੁਲ ਦੁਬਾਰਾ ਫਿਰ ਲੋਕ ਇਕੱਠੇ ਹੋਣਗੇ। ਉਹਦੇ ਵਿੱਚ ਜਿੰਨੇ ਵੀ ਸਾਧੂ ਸੰਤਾਂ ਦੀ ਤੁਸੀਂ ਗੱਲ ਕੀਤੀ ਆ, ਉਹ ਉੱਥੇ ਆਉਂਦੇ ਹੀ ਆਉਂਦੇ ਆ। ਤੇ ਕਿਉਂਕਿ ਇਹ ਹਿੰਦੂ ਧਰਮ ਦਾ ਇੱਕ ਬਹੁਤ ਪਵਿੱਤਰ ਜਿਹੜਾ ਤਿਉਹਾਰ ਆ, ਤੇ ਨੈਚੁਰਲੀ ਆ ਕਿ ਲੋਕ ਜਿਹੜੇ ਹਿੰਦੂ ਧਰਮ ਵਿੱਚ ਸ਼ਰਧਾ ਰੱਖਦੇ, ਸਤਿਕਾਰ ਰੱਖਦੇ, ਉਹਨਾਂ ਨੇ ਵੀ ਉੱਥੇ ਜਾਣਾ ਹੀ ਹੁੰਦਾ। ਠੀਕ ਹੈ, ਜਿੱਦਾਂ ਹੋਲੇ ਮਹੱਲੇ ਤੇ ਸਿੱਖ ਸੰਗਤ ਜਿਹੜੀ ਆ ਉਹ ਅਨੰਦਪੁਰ ਸਾਹਿਬ ਜਾਂਦੀ ਆ, ਜਾਂ ਹੋਰਨਾਂ ਪ੍ਰੋਗਰਾਮਾਂ ਤੇ ਵਿਸਾਖੀ ਤੇ ਜਾਂਦੀ ਹੈ, ਇਸ ਤਰ੍ਹਾਂ ਇੱਥੇ ਵੀ ਜਾਂਦੇ ਆ। ਔਰ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਹਜ਼ਾਰਾਂ ਨਹੀਂ ਲੱਖਾਂ ਤੱਕ ਹੁੰਦੀ ਹੈ। ਇਹਨਾਂ ਦੇ ਇੱਕ ਸ਼ਾਹੀ ਇਸ਼ਨਾਨ ਹੁੰਦੇ ਜੀ। ਸ਼ਾਹੀ ਇਸ਼ਨਾਨ ਦਾ ਮਤਲਬ ਹੈ ਕਿ ਸਾਧੂ ਸੰਤ ਜਿਹੜੇ ਆ, ਵੱਖਰੇ ਵੱਖਰੇ ਡੇਰੇ ਉਹਨਾਂ ਦੇ, ਵੱਖਰੇ ਵੱਖਰੇ ਉਹਨਾਂ ਦੇ ਮੱਠ ਹੈ, ਉਹ ਆਪਣਾ ਇੱਕ ਬੜਾ ਸੱਜ ਧੱਜ ਕੇ ਗੰਗਾ ਦੇ ਵਿੱਚ ਡੁਬਕੀ ਲਾਉਣ ਜਾਂਦੇ, ਉਹਨੂੰ ਉਹ ਸ਼ਾਹੀ ਇਸ਼ਨਾਨ ਕਹਿੰਦੇ। 2 ਸ਼ਾਹੀ ਇਸ਼ਨਾਨ ਹੋ ਚੁੱਕੇ ਆ, 2 ਅਜੇ ਬਾਕੀ ਹੈ। ਇੱਕ ਤਾਂ ਸ਼ਾਇਦ ਅੱਜ ਭੁੱਲ ਗਈ ਆ, ਮੈਨੂੰ ਐਗਜ਼ੈਕਟਲੀ ਨਹੀਂ ਪਤਾ। ਉਹ ਸ਼ਾਹੀ ਇਸ਼ਨਾਨ ਜਿਹੜੇ ਆ ਉਹ ਇਹਦੇ ਚੱਲਦੇ ਪਏ ਆ, ਤੇ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਤੁਸੀਂ ਆਪਦਾ ਇਹ ਜਿਹੜਾ ਕੁੰਭ ਦਾ ਮੇਲਾ, ਇਹ ਸ਼ਾਹੀ ਇਸ਼ਨਾਨ ਆ, ਇਹ ਫਟਾਫਟ ਸਮੇਟ ਲਓ, ਕਿਉਂਕਿ ਕਰੋਨਾ ਜਿਹੜਾ ਵਾ ਉਹ ਤੁਹਾਡੇ ਵਿੱਚ ਪਹੁੰਚ ਗਿਆ। ਉੱਥੇ ਇੱਕ ਦਿਨ ਵਿੱਚ ਹੀ 1700 ਸਾਧੂ ਜਿਹੜੇ ਸੀਗੇ ਉਹ ਇਨਫੈਕਟਡ ਜਿਹੜੇ ਉਹ ਪਾਏ ਗਏ। ਇਸ ਕਰਕੇ ਸਰਕਾਰ ਨੇ ਕਿਹਾ ਕਿ ਤੁਸੀਂ ਭਾਈ ਆਪਦਾ ਡੰਡੀ ਡੋਰਾ ਚੱਕੋ ਇੱਥੋਂ। ਹੁਣ ਸਾਧੂਆਂ ਦੇ ਕਿਉਂਕਿ ਗਰੁੱਪ ਅਲੱਗ-ਅਲੱਗ ਆ, ਕੋਈ ਗਰੁੱਪ ਇਸ ਗੱਲ ਨੂੰ ਸਮਝਦਾ, ਕੋਈ ਨਹੀਂ ਸਮਝਦਾ, ਉਹ ਆਪਸ ਵਿੱਚ ਝਗੜ ਪਏ। ਕੁਝ ਗਰੁੱਪਾਂ ਨੇ ਕਿਹਾ ਕਿ ਹਾਂ ਸਾਨੂੰ ਸਰਕਾਰ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਤੇ ਸ਼ਾਹੀ ਇਸ਼ਨਾਨ ਫਟਾਫਟ ਨਿਬੇੜ ਲੈਣੇ ਚਾਹੀਦੇ ਤੇ ਵਾਪਸ ਆਪਣੇ ਘਰਾਂ ਨੂੰ ਜਾਂ ਆਪਣੇ ਮੱਠਾਂ ਨੂੰ ਚੱਲ ਜਾਣਾ ਚਾਹੀਦਾ, ਕਰੋਨਾ ਨਹੀਂ ਫੈਲਣਾ ਚਾਹੀਦਾ। ਦੂਜਿਆਂ ਨੇ ਇੱਕ ਗੱਲ ਕਹਿ ਦਿੱਤੀ ਕਿ ਸਰਕਾਰ ਕਹਿੰਦੀ ਆ ਕਿ ਤੁਸੀਂ ਇਹ ਤੱਟ-ਫੱਟ ਇਸ਼ਨਾਨ ਖਤਮ ਕਰਕੇ ਤੇ ਘਰਾਂ ਨੂੰ ਚਲ ਜਾਓ, ਕਰੋਨਾ ਫੈਲ ਰਿਹਾ, ਸਰਕਾਰ ਰੈਲੀਆਂ ਬੰਦ ਕਰ ਲਵੇ, ਇਲੈਕਸ਼ਨ ਤਾਂ ਕੱਲ ਨੂੰ ਫੇਰ ਹੋ ਸਕਦੀ ਹੈ, ਇਹ ਤਾਂ 12 ਸਾਲ ਹੀ ਆਉਣਾ। ਇਸ ਗੱਲ ਨੇ ਉੱਥੇ ਬਹੁਤ ਵੱਡਾ ਕਲੇਸ਼ ਖੜਾ ਕਰਤਾ। ਸਾਧੂ ਆਪਸ ਵਿੱਚ ਹੀ ਲੜ ਪਏ, ਜ਼ਬਾਨੀ ਵੀ, ਹੱਥੋਂ ਪਾਈ ਵੀ। ਇਹ ਸਾਰਾ ਕੁਝ ਉੱਥੇ ਹੋਇਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ। ਇਹ ਕਿਉਂਕਿ ਆਸਥਾ ਦਾ ਮਸਲਾ, ਇਹ ਧਰਮ ਦਾ ਮਸਲਾ, ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ। ਸਰਕਾਰ ਦੀ ਨਲਾਇਕੀ ਤੋਂ ਕੋਈ ਗੱਲ ਪਾਸੇ ਨਹੀਂ ਹੈ ਕਿ ਉਹਨਾਂ ਨੇ ਏਡਾ ਵੱਡਾ ਇਕੱਠ ਹੋਣ ਕਿਉਂ ਦਿੱਤਾ। ਉਹਨੇ ਕਿਉਂ ਨਹੀਂ ਸਾਧੂਆਂ ਦੇ ਗਰੁੱਪਾਂ ਨੂੰ, ਕਿਉਂ ਨਹੀਂ ਆਮ ਲੋਕਾਂ ਨੂੰ ਪਹਿਲਾਂ ਬਿਠਾ ਕੇ ਕਿਹਾ, ਉਹਨਾਂ ਨੇ ਮੀਟਿੰਗਾਂ ਕਰਕੇ ਕਿਹਾ ਕਿ ਪਿਛਲੇ ਸਾਲ
ਹਾਲਤ ਹੋਰ ਸੀ, ਅੱਜ ਹਾਲਤ ਹੋਰ ਹੈ। ਤੁਸੀਂ ਸਿੰਬੋਲਿਕਲੀ ਇਸ ਧਾਰਮਿਕ ਜਿਹੜੀ ਪਰੰਪਰਾ ਵਾ, ਜੋ ਰਿਵਾਜ ਹੈ, ਜੋ ਤੁਹਾਡੀ ਆਸਥਾ, ਉਹਨੂੰ ਸਿੰਬੋਲਿਕਲੀ ਕਰ ਲਓ। ਠੀਕ ਹੈ ਜੀ। ਥੋੜੇ ਸਾਧੂ ਆ ਜਾਓ, ਮੁੱਖ ਸਾਧੂ ਆ ਜਾਓ, ਤੁਸੀਂ ਸਾਰਿਆਂ ਨੂੰ ਹੀ ਖੁੱਲ੍ਹ ਦੇ ਦਿੱਤੀ ਤੇ ਹੁਣ ਤਾਂ ਫਿਰ ਇਹ ਆਪਦਾ ਕਰਕੇ ਜਾਣਗੇ ਉਹ। ਇਹ ਹਾਲਾਤ ਜਿਹੜੇ ਉੱਥੇ ਬਣੇ ਆ, ਉਹ ਹਾਲਾਤ ਹੱਥੋਂ ਬਾਹਰ ਹੋ ਰਹੇ ਆ, ਹਾਲਾਤ ਵਿਗੜ ਰਹੇ ਆ, ਪਰ ਸਰਕਾਰ ਜਿਹੜੀ ਆ ਉਹ ਖੜੀ ਤਮਾਸ਼ਾ ਵੇਖ ਰਹੀ ਆ, ਸੰਜੀਦਾ ਹੈ ਨਹੀਂ। ਇਸ ਪਾਸਿਓਂ ਹਟ ਕੇ ਆਪਾਂ ਗੱਲ ਕਰਦੇ ਹਾਂ ਕਿ ਬੇਅਦਬੀ ਕਾਂਡ ਆ ਜਿਹੜਾ, ਉਹ ਵੀ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜੇ ਉਹਨਾਂ ਨੇ SIT ਬਣਾਈ ਸੀ, ਉਹਦੀ ਰਿਪੋਰਟ ਸੀਗੀ, ਉਹਨਾਂ ਨੇ ਜਦੋਂ ਦਾਖਲ ਕੀਤੀ ਸੀ ਤਾਂ ਕੋਰਟ ਨੇ ਉਹ ਕੈਂਸਲ ਕਰਤੀ, ਰੱਦ ਕਰ ਦਿੱਤੀ ਗਈ ਆ, ਤੇ ਨਵੀਂ ਜਿਹੜੀ ਹੈਗੀ ਆ ਉਹ SIT ਬਣਾਉਣ ਦੀ ਹੁਕਮ ਦੇ ਦਿੱਤੇ ਗਏ ਆ। ਕਾਂਗਰਸ ਸਰਕਾਰ ਕੜਿੱਕੀ ਦੇ ਵਿੱਚ ਫਸ ਗਈ ਆ। ਸਾਰੇ ਮੰਤਰੀ, ਉਹਨਾਂ ਦੇ ਸਾਰੇ ਵਿਧਾਇਕ ਆ, ਉਹ ਆਪਸ ਵਿੱਚ ਕੋਈ ਨਵਾਂ ਬਿਆਨ ਦੇ ਰਿਹਾ, ਕੋਈ ਕੁਛ ਕਰ ਰਿਹਾ ਵਾ। ਕੀ ਇਹ ਸਾਰੀ ਕਹਾਣੀ ਆ? ਤੇ ਕੀ ਜਿਹੜੀ SIT ਦੀ ਰਿਪੋਰਟ ਆ ਉਹ ਜਨਤਕ ਹੋ ਸਕਦੀ ਆ? ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਿਪੋਰਟ ਦੇ ਵਿੱਚ ਕੀ ਲਿਖ ਕੇ ਭੇਜਿਆ? ਪਿੰਡਰ ਸਾਹਿਬ, ਜਦੋਂ 2017 ਦੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਈ, ਜਿਹੜੀ ਹੁਣ 22 ਚ ਡਿਊ ਹੈ, ਫਿਰ ਦੁਬਾਰਾ ਆਉਣ ਵਾਲੇ 5-7 ਮਹੀਨਿਆਂ ਵਿੱਚ ਹੋ ਜਾਣੀ ਇਲੈਕਸ਼ਨ, ਤਿਆਰੀਆਂ ਚੱਲ ਰਹੀਆਂ ਜੀ ਪੂਰੀਆਂ। ਬਿਲਕੁਲ। ਉਹ ਇਲੈਕਸ਼ਨ ਕਾਂਗਰਸ ਨੇ ਜਿੱਤੀ, ਹੁੰਜਾ ਫਿਰ ਜਿੱਤ। ਹਾਲਾਂਕਿ ਜਿਹੜੀ ਉਸ ਤੋਂ ਪਹਿਲਾਂ ਸਰਕਾਰ ਸੀ, ਅਕਾਲੀ ਭਾਜਪਾ ਦੀ ਸਰਕਾਰ ਸੀ, ਉਹ ਤੀਜੇ ਨੰਬਰ ਤੇ ਰਹੇ। ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ 20 ਕੈਂਡੀਡੇਟ ਜਿੱਤੇ, 20 MLA ਬਣੇ, ਪਰ ਮੈਜੋਰਿਟੀ ਜਿਹੜੀ ਅੱਜ ਤੱਕ ਇੰਨੀ ਕਦੀ ਨਹੀਂ ਸੀ ਮਿਲੀ, ਉਹ ਕਾਂਗਰਸ ਨੂੰ ਮਿਲੀ। ਉਹਦੇ ਪਿੱਛੇ ਕਾਰਨ ਕੀ ਸੀ? ਉਹਦੇ ਪਿੱਛੇ ਕਾਰਨ ਇਹ ਸੀ ਕਿ ਕਾਂਗਰਸ ਪਾਰਟੀ ਨੇ 2 ਮੁੱਦਿਆਂ ਦੇ ਸਿਰ ਤੇ ਇਲੈਕਸ਼ਨ ਲੜੀ। ਇੱਕ ਮੁੱਦਾ ਸੀਗਾ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇਹਦੀ ਜਾਂਚ ਕਰਾਈ ਜਾਊਗੀ, ਦੋਸ਼ੀਆਂ ਨੂੰ ਸਜ਼ਾ ਮਿਲੂਗੀ। ਇੱਕ ਇਹ ਸੀ, ਦੂਜਾ ਸੀ ਨਸ਼ਿਆਂ ਵਾਲਾ। ਦੋਨੋਂ ਕੰਮ ਨਹੀਂ ਹੋਏ, ਦੋਨੋਂ ਪੂਰੇ ਨਹੀਂ ਹੋਏ। ਹੁਣ ਬੇਅਦਬੀ ਕਾਂਡ ਦੀ ਆਪਾਂ ਗੱਲ ਤੁਸੀਂ ਛੋਈ ਆ, ਆਪਾਂ ਉਹਨੂੰ ਹੀ ਡਿਸਕਸ ਕਰਾਂਗੇ। ਬੇਅਦਬੀ ਕਾਂਡ ਵਾਸਤੇ ਉਸ ਤੋਂ ਪਹਿਲਾਂ ਦੀ ਸਰਕਾਰ ਨੇ, ਮੌਜੂਦਾ ਸਰਕਾਰ ਤੋਂ ਪਹਿਲਾਂ ਦੀ ਸਰਕਾਰ ਨੇ ਵੀ ਇੱਕ ਕਮਿਸ਼ਨ ਬਣਾਇਆ ਸੀ। ਉਹਨੇ ਇੱਕ ਆਪਦੀ ਰਿਪੋਰਟ ਤਿਆਰ ਕੀਤੀ ਸੀ। ਰਿਪੋਰਟ ਤਿਆਰ ਕਰਕੇ ਉਹ ਦੇਣ ਆਏ ਸਰਕਾਰ ਨੂੰ, ਤੇ ਸਰਕਾਰ ਦੇ ਕਿਸੇ ਬੰਦੇ ਨੇ ਵੀ ਉਹਨੂੰ ਅਛੂਤ ਸਮਝ ਕੇ ਹੱਥ ਵੀ ਨਹੀਂ ਲਾਇਆ। ਜੇ ਲੈ ਹੀ ਲਈ ਇੱਕ ਛੋਟੇ ਤੋਂ ਛੋਟੇ ਅਫਸਰ ਨੇ ਤੇ ਖੂੰਜੇ ਸੁੱਟ ਦਿੱਤੀ, ਉਹਨੂੰ ਪੜ੍ਹਿਆ ਤੱਕ ਨਹੀਂ। ਨਵੀਂ ਸਰਕਾਰ ਆ ਗਈ, ਨਵੀਂ ਸਰਕਾਰ ਨੇ ਕਹਿਤਾ ਕਿ ਜੀ ਪਹਿਲੀ ਰਿਪੋਰਟ ਵਿੱਚ ਕੀ ਲਿਖਿਆ ਸਾਨੂੰ ਨਹੀਂ ਪਤਾ, ਪਰ ਅਸੀਂ ਇਮਾਨਦਾਰ ਇੱਕ ਇਮਾਨਦਾਰ ਸਾਬਕਾ ਜੱਜ ਦੀ ਅਗਵਾਈ ਹੇਠ ਇੱਕ ਕਮੇਟੀ ਬਣਾ ਦਿੰਦੇ ਆ, ਜਿਹੜੀ ਇਹਦੀ ਜਾਂਚ ਕਰੂਗੀ। ਉਹ ਕਮੇਟੀ ਬਣਾ ਦਿੱਤੀ, ਜੱਜ ਨੇ ਰਿਪੋਰਟ ਦੇ ਦਿੱਤੀ। ਰਿਪੋਰਟ ਦੇ ਉੱਤੇ ਪੂਰੀ ਚਰਚਾ ਵਿਧਾਨ ਸਭਾ ਦਾ ਸਪੈਸ਼ਲ ਅਜਲਾਸ ਸੱਦ ਕੇ ਕੀਤੀ। ਉਹਦੇ ਵਿੱਚ ਮੌਜੂਦਾ ਸਰਕਾਰ ਦੇ ਮੰਤਰੀਆਂ ਨੇ ਵੀ, ਉਹਨਾਂ ਦੇ MLA ਨੇ ਵੀ, ਜਿਹੜੇ ਰਿਪੋਰਟ ਨੂੰ ਆਧਾਰ ਬਣਾ ਕੇ ਪਿਛਲੀ ਸਰਕਾਰ ਦੇ ਜੋ ਪਰਖੱਚੇ ਉਡਾਏ, ਇਹ ਲੱਗਦਾ ਸੀਗਾ ਕਿ ਇਹ ਗੱਲ ਕੰਢੇ ਸਿਰੇ ਲੱਗਣ ਲੱਗੀ। ਸੰਜੀਦਾ ਹੈ। ਹਾਂਜੀ। ਵਿਧਾਨ ਸਭਾ ਦੇ ਵਿੱਚ ਜਦੋਂ ਉਸ ਰਿਪੋਰਟ ਦੇ ਉੱਤੇ ਚਰਚਾ ਹੋਈ, ਬਾਅਦ ਵਿੱਚ ਫੈਸਲਾ ਕਰਤਾ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹ ਬਣਾਤੀ ਜਾਊਗੀ, ਸਿੱਟ ਬਣਾਤੀ ਜਾਊਗੀ, ਜਿਹੜੀ ਇਹਦੀ ਹੋਰ ਡੂੰਘੇ ਤਰੀਕੇ ਨਾਲ ਖੋਜ ਕਰੂਗੀ, ਛਾਣਬੀਣ ਕਰੂਗੀ, ਤੇ ਉਹਨੂੰ ਅਧਿਕਾਰ ਹੋਣਗੇ ਕਿ ਉਹ ਇਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦਾਇਰ ਕਰ ਦੇਵੇ। ਜਿਸ ਵਿਅਕਤੀ, ਜਿਸ ਪੁਲਿਸ ਅਫਸਰ ਦੀ ਅਗਵਾਈ ਹੇਠ, ਪ੍ਰਬੋਧ ਚੰਦਰ ਦੀ ਅਗਵਾਈ ਹੇਠ ਕਮੇਟੀ ਸਿੱਟ ਬਣਾਈ ਗਈ ਸੀ, ਪ੍ਰਬੋਧ ਚੰਦਰ ਹੀ ਭੱਜ ਗਿਆ, ਕਹਿੰਦਾ ਮੈਂ ਨਹੀਂ ਕਰਦਾ। ਮੈਨੂੰ ਉਹਨੇ ਮਿੰਨਤਾਂ ਕੀਤੀਆਂ ਕਿ ਮੈਨੂੰ ਨਾ ਮੁਖੀਆ ਬਣਾਇਆ ਜਾਵੇ। ਪਤਾ ਨਹੀਂ ਕਿਹੜੀ ਗੱਲ ਦਾ ਡਰ ਹੋਊਗਾ। ਪਰ ਇੱਕ ਉਹਦਾ ਡਿਪਟੀ ਸੀਗਾ, ਉਹਦੀ ਟੀਮ ਦਾ ਮੈਂਬਰ ਸੀਗਾ, ਜਿਹੜਾ ਤੁਸੀਂ ਨਾਂ ਲਿਆ, ਕੀ ਮੈਨੂੰ ਨਾਂ ਚੇਤਾ ਭੁੱਲ ਗਿਆ, ਕੰਵਰ ਵਿਜੇ ਪ੍ਰਤਾਪ। ਕੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਇਹ ਕੰਮ ਕਰੂੰਗਾ। ਉਹਨੇ ਰਿਪੋਰਟ, ਉਹਨੇ ਕਿਸੇ ਬੰਦੇ ਨੂੰ ਵੀ ਮਾਫ ਨਹੀਂ ਕੀਤਾ। ਜਿੱਥੇ ਵੀ ਜਾਣਾ ਪਿਆ ਉਹਨੂੰ ਗਿਆ, ਜਿੰਨਾ ਜ਼ੋਰ ਲਾਉਣਾ ਪਿਆ ਗਿਆ, ਉਹਨੇ ਦਿਨ ਰਾਤ ਇੱਕ ਕਰਤਾ। ਇਮਾਨਦਾਰ ਅਫਸਰ ਸੀਗਾ। ਉਹਨੇ 3 ਸਾਲ ਇੱਥੇ ਕੰਮ ਕੀਤਾ। ਹੁਣ ਤੱਕ 9 ਚਲਾਨ ਉਹ ਹਾਈ ਕੋਰਟ 'ਚ ਪੇਸ਼ ਕਰ ਚੁੱਕਾ। ਪਰ ਅਚਨਚੇਤੀ ਕੀ ਹੋਇਆ, ਇੱਕ ਜਿਹੜੇ ਪੁਲਿਸ ਅਫਸਰ ਦੇ ਖਿਲਾਫ, ਵੱਡਾ ਅਫਸਰ ਨਹੀਂ, ਕੋਈ ਛੋਟਾ ਅਫਸਰ ਆ, ਉਹ ਕੜਿੱਕੀ 'ਚੋਂ ਵੀ ਆਉਂਦਾ ਸੀਗਾ, ਉਹਨੇ ਇੱਕ ਪਟੀਸ਼ਨ ਪਾਤੀ। ਉਹਨੇ ਪਟੀਸ਼ਨ ਪਾਤੀ ਹਾਈ ਕੋਰਟ 'ਚ ਕਿ ਇਹ ਤਾਂ ਰਿਪੋਰਟ ਹੀ ਗਲਤ ਆ, ਇਸ ਬੰਦੇ ਨੂੰ ਤਾਂ ਹੱਕ ਹੀ ਨਹੀਂ ਹੋਣਾ ਚਾਹੀਦਾ, ਇਹ ਲੋਕਾਂ ਨੂੰ ਬਦਨਾਮ ਕਰ ਰਿਹਾ, ਹਾਂਜੀ, ਸਾਨੂੰ ਪੁਲਿਸ ਅਫਸਰਾਂ ਨੂੰ ਬਦਨਾਮ ਕਰ ਰਿਹਾ। ਅਸੀਂ ਆਪਦੀ ਜ਼ਿੰਮੇਵਾਰੀ ਨਾਲ ਜਿਹੜੀ ਨਿਭਾਈ ਹੈ, ਤਹਿ ਦਿਲੋਂ
ਕਰਕੇ ਮਿਹਨਤ ਕਰਕੇ ਜ਼ਿੰਮੇਵਾਰੀ ਨਿਭਾਈ ਆ, ਇਹ ਤਾਂ ਸਾਨੂੰ ਬਦਨਾਮ ਕਰ ਰਿਹਾ। ਹਾਈ ਕੋਰਟ ਨੇ ਉੱਤੇ ਸੁਣਵਾਈ ਕਰਕੇ ਸਿੱਟ ਦੀ ਜਿਹੜੀ ਸੀਗੀ ਰਿਪੋਰਟ ਉਹ ਰੱਦ ਕਰ ਦਿੱਤੀ, ਮੂਲੋਂ ਰੱਦ ਕਰਤੀ। ਮੂਲੋਂ ਰੱਦ ਮੈਂ ਤਾਂ ਕਹਿੰਦਾ ਕਿ ਉਹਨੇ ਇਹ ਕਹਿ ਦਿੱਤਾ ਕਿ ਇਹ ਰਿਪੋਰਟ ਹੈ ਹੀ ਗਲਤ। ਨਾਲ ਦੀ ਨਾਲ ਉਹਨੇ ਇਹ ਕਹਿ ਦਿੱਤਾ ਕਿ ਨਵੀਂ ਸਿੱਟ ਬਣਾ ਲਓ, ਉਹਦੇ ਕੋਲ ਜਾਂਚ ਕਰਾ ਲਓ, ਪਰ ਨਾਲ ਇਹ ਵੀ ਕਹਿਤਾ ਕੰਵਰ ਵਿਜੇ ਪ੍ਰਤਾਪ ਵਿੱਚ ਨਹੀਂ ਹੋਣਾ ਚਾਹੀਦਾ। ਇਹ ਇੱਕ ਬੜੀ ਵੱਡੀ ਗੱਲ ਸੀਗੀ, ਕੰਵਰ ਵਿਜੇ ਪ੍ਰਤਾਪ ਨਹੀਂ ਹੋਣਾ ਚਾਹੀਦਾ। ਪਰ ਕੰਵਰ ਵਿਜੇ ਪ੍ਰਤਾਪ ਨੇ ਇਸ ਗੱਲ ਨੂੰ ਅਣਖ ਦਾ ਮੁੱਦਾ ਬਣਾ ਕੇ ਆਪਦੀ ਅਸਤੀਫਾ ਦੇ ਦਿੱਤਾ ਜੌਬ ਤੋਂ, ਕਿ ਮੈਂ ਜੌਬ ਹੀ ਨਹੀਂ ਕਰਨੀ, ਮੈਂ ਇਹ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਿਆ, ਜਾਂ ਮੇਰੇ ਕੋਲੋਂ ਜਿਹੜੀ ਰਿਪੋਰਟ ਤਿਆਰ ਕਰਵਾਈ ਆ ਉਹ ਕਿਉਂਕਿ ਹਾਈ ਕੋਰਟ ਨੇ ਰੱਦ ਕਰਤੀ ਹੈ, ਤੇ ਮੈਂ ਤਾਂ ਹੁਣ ਇਸ ਰਿਪੋਰਟ ਦੇ ਆਧਾਰ ਤੇ ਅਕਾਲ ਪੁਰਖ ਦੀ ਕਚਹਿਰੀ ਦੇ ਵਿੱਚ, ਇਹ ਦੁਨਿਆਵੀ ਕਚਹਿਰੀਆਂ ਤੇ ਮੈਨੂੰ ਵਿਸ਼ਵਾਸ ਨਹੀਂ ਰਹਿ ਗਿਆ, ਮੈਂ ਤਾਂ ਅਕਾਲ ਪੁਰਖ ਦੀ ਕਚਹਿਰੀ ਦੇ ਵਿੱਚ ਫਰਿਆਦ ਕਰੂੰਗਾ ਕਿ ਜਿਹੜੇ ਬੰਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਜ਼ਾ ਮਿਲੇ, ਤੇ ਜੇ ਮੈਂ ਕੋਈ ਗਲਤ ਕੰਮ ਕੀਤਾ ਤੇ ਮੈਨੂੰ ਸਜ਼ਾ ਮਿਲੇ। ਦੇਖਣ ਵਾਲੀ ਇਹ ਗੱਲ ਇੱਥੇ ਐਮਪੀ ਸਿੰਘ ਜੀ ਇਹ ਗੱਲ ਹੁੰਦੀ ਹੈ ਕਿ ਜਦੋਂ SIT ਬਣਦੀਆਂ ਜਾਂ ਰੱਦ ਹੁੰਦੀਆਂ ਜਾਂ ਨਵੀਆਂ ਬਣਦੀਆਂ ਤਾਂ ਉਹ ਠੰਡੇ ਵਾਸਤੇ 'ਚ ਪਾਉਣ ਵਾਲੀ ਗੱਲ ਆਪਾਂ ਮੰਨ ਸਕਦੇ ਹਾਂ ਕਿ ਇਹ ਚੀਜ਼ ਨੂੰ SIT ਬਣਾ ਦਿਓ ਜੀ, ਠੰਡੇ ਵਾਸਤੇ 'ਚ ਪਾ ਦਿਓ। ਹੁਣ ਜਦੋਂ ਨਵੀਂ SIT ਬਣੂਗੀ, ਪਤਾ ਨਹੀਂ ਉਹਦੀ ਕਿੰਨੇ ਸਾਲਾਂ ਬਾਅਦ, 2 ਸਾਲਾਂ ਬਾਅਦ, 3 ਸਾਲਾਂ ਬਾਅਦ, ਚਲੋ ਜੀ ਇਹ ਮਸਲਾ ਜਿਹੜਾ ਹੈਗਾ ਇਸ ਤੋਂ ਰਫਾ ਦਫਾ ਤੇ ਠੰਡੇ ਵਾਸਤੇ। ਇਸ ਤੋਂ ਪਹਿਲਾਂ ਮੈਂ ਦੱਸਾਂ ਚਾਹੁੰਦਾ ਜੀ, ਅਜੇ ਉਹਨੇ 9 ਚਲਾਨ ਪੇਸ਼ ਕੀਤੇ, 10ਵਾਂ ਚਲਾਨ ਪੇਸ਼ ਕਰਨਾ ਸੀਗਾ। 10ਵਾਂ ਚਲਾਨ ਪੇਸ਼ ਕਰਨ ਤੋਂ ਪਹਿਲਾਂ ਉਹਨੇ ਪਬਲਿਕ ਦੇ ਵਿੱਚ ਆ ਕੇ, ਪ੍ਰੈਸ ਵਿੱਚ ਆ ਕੇ ਕਹਿ ਦਿੱਤਾ ਕਿ ਮੈਂ 9 ਚਲਾਨ ਪੇਸ਼ ਕਰ ਚੁੱਕਾ, 10ਵਾਂ ਚਲਾਨ ਪੇਸ਼ ਕਰਨ ਲੱਗਾ। 10ਵੇਂ ਚਲਾਨ 'ਚ ਜੋ ਮੈਨੂੰ ਲੱਗਦਾ ਉਹ ਇਹ ਆ ਕਿ ਉਹਨੇ ਉਹਨਾਂ ਬੰਦਿਆਂ ਦੇ, ਖਾਸ ਬੰਦਿਆਂ ਦੇ ਨਾਂ ਸਪਸ਼ਟ ਰੂਪ ਵਿੱਚ ਲੈ ਦਿੱਤੇ ਜਿਹਦੇ ਤੋਂ ਲੱਗਾ ਡਰ, ਔਰ ਇੱਕ ਵੱਡੀ ਸਾਜ਼ਿਸ਼ ਰਚ ਦਿੱਤੀ ਗਈ। ਅਦਾਲਤ ਦੇ ਮੈਂ ਖਿਲਾਫ ਨਹੀਂ ਗੱਲ ਕਰ ਰਿਹਾ, ਪਰ ਇੱਕ ਸਾਜ਼ਿਸ਼ ਦਾ ਸ਼ਿਕਾਰ ਤਾਂ ਕੋਈ ਵੀ ਹੋ ਸਕਦਾ, ਕੋਈ ਜੱਜ ਵੀ ਹੋ ਸਕਦਾ, ਕੋਈ ਵਕੀਲ ਵੀ ਹੋ ਸਕਦਾ, ਕੋਈ ਸਿਆਸਤਦਾਨ ਵੀ ਹੋ ਸਕਦਾ, ਕੋਈ ਆਮ ਬੰਦਾ ਵੀ ਹੋ ਸਕਦਾ। ਠੀਕ ਹੈ ਜੀ। ਉਹ ਰਿਪੋਰਟ ਜਿਹੜੀ ਸੀਗੀ ਉਹ ਪੇਸ਼ ਹੀ ਨਹੀਂ, ਚਲਾਨ ਪੇਸ਼ ਹੀ ਨਹੀਂ ਹੋਣ ਦਿੱਤਾ ਗਿਆ। ਹੁਣ ਮੈਨੂੰ ਇਹ ਵੀ ਪਤਾ ਲੱਗਾ, ਇਹ ਗੱਲ ਅਜੇ ਬਾਹਰ ਨਹੀਂ ਆਈ, ਕਿਉਂ ਨਹੀਂ ਬਾਹਰ ਆਈ, ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ, ਕੈਪਟਨ ਅਮਰਿੰਦਰ ਸਿੰਘ ਨੇ, ਕਿ ਅਜੇ ਸਾਡੇ ਕੋਲ ਉਹ ਫੈਸਲੇ ਦੀ ਕਾਪੀ ਨਹੀਂ ਆਈ ਜਿਹਦੇ ਵਿੱਚ, ਜਿਹਨੂੰ ਪੜ੍ਹ ਕੇ ਅਸੀਂ ਕੋਈ ਅਗਲਾ ਫੈਸਲਾ ਕਰ ਸਕੀਏ, ਅਗਲੀ ਕਾਰਵਾਈ, ਕੋਈ ਅਗਲਾ ਸਟੈਪ ਚੱਕ ਸਕੀਏ। ਮੈਨੂੰ ਇਹ ਪਤਾ ਲੱਗਾ ਕਿ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਾਂ ਤਾਂ ਤੁਸੀਂ ਨਵੀਂ ਸਿੱਟ ਬਣਾ ਲਓ ਜਿਹਦੇ 'ਚ ਕੰਵਰ ਵਿਜੇ ਪ੍ਰਤਾਪ ਨਹੀਂ ਹੋਣਾ ਚਾਹੀਦਾ, ਜਾਂ ਇਹਦੀ ਜਿਹੜੀ ਇਨਕੁਆਇਰੀ ਆ ਉਹ ਹਰਿਆਣਾ ਪੁਲਿਸ ਕਰ ਲਵੇ, ਜਾਂ ਇਹ ਕੇਸ ਜਿਹੜਾ ਵਾ ਉਹ ਜਿਹੜਾ ਦੇਤਾ ਜਾਵੇ ਵਿਜੀਲੈਂਸ ਨੂੰ ਦਿੱਤਾ ਜਾਵੇ, ਜਿਹੜੀ ਹਾਂਜੀ ਉਹ ਜਿਹੜੀ ਗੱਲ ਉਹ ਸਰਕਾਰਾਂ ਨਹੀਂ ਕਰਨੀ ਚਾਹੁੰਦੀਆਂ। ਹਰਿਆਣੇ ਕੋ ਚਲਾ ਗਿਆ ਤਾਂ ਕੀ ਹੋਊਗਾ ਸਾਰਿਆਂ ਨੂੰ ਪਤਾ। ਠੀਕ ਹੈ ਜੀ। ਨਵੀਂ ਸਿੱਟ ਜਿਹੜੀ ਬਣੂਗੀ ਉਹ ਕਦੋਂ ਰਿਪੋਰਟ ਦਊਗੀ, ਕਦੋਂ ਸਾਰਾ ਕੁਝ ਜਿਹੜਾ ਤੁਸੀਂ ਗੱਲ ਕਹਿ ਰਹੇ, ਪਰ ਮਾਮਲਾ ਕਿਸੇ ਹੋਰ ਪਾਸੇ ਨੂੰ ਚਲੇ ਜਾਣਾ। ਹੁਣ ਮੰਨ ਲਓ ਕਿਸੇ ਬੰਦੇ ਨੇ ਇੱਕ ਜਿਹੜੀ ਆ ਜਨਹਿਤ ਪਟੀਸ਼ਨ ਪਾ ਦਿੱਤੀ, ਠੀਕ ਹੈ ਜੀ, ਉਹ ਪਾ ਦਿੱਤੀ, ਉਹਦੇ 'ਚ ਕੰਵਰ ਵਿਜੇ ਪ੍ਰਤਾਪ ਇਹ ਕਹੂਗਾ ਕਿ ਮੈਂ ਵੀ ਪਾਰਟੀ ਹਾਂ, ਤੇ ਉਹ ਤਾਂ ਪ੍ਰਖਚੜਾ ਸਾਰਾ ਕੁਝ। ਜਿਹੜਾ ਤੁਹਾਡਾ ਸਵਾਲ ਸੀ ਕਿ ਕੀ ਉਹ ਜਨਤਕ ਕੀਤੀ ਜਾ ਸਕਦੀ ਹੈ, ਜਨਤਕ ਤਾਂ ਹੋਈ ਹੈ। ਕੋਈ ਬੰਦਾ ਵੀ RTI ਪਾ ਕੇ ਹਾਈ ਕੋਰਟ ਕੋਲੋਂ ਲੈ ਸਕਦਾ, ਉਹ ਚਲਾਨ ਦੀ ਕਾਪੀ ਮੈਨੂੰ ਦਿਓ। 9 ਚਲਾਨ ਪੇਸ਼ ਹੋ ਚੁੱਕੇ ਆ, ਔਰ 9ਵੇਂ ਦੇ 9ਵੇਂ ਚਲਾਨ ਅਸਲ ਵਿੱਚ ਲੋਕਾਂ ਦੇ ਕੋਲ ਪਹੁੰਚ ਵੀ ਚੁੱਕੇ ਆ। ਹੁਣ ਜਿਨ੍ਹਾਂ ਨੇ ਚਲਾਨ ਪੇਸ਼ ਕਰਵਾਏ ਸੀ, ਯਾਨੀ ਕਾਂਗਰਸ ਸਰਕਾਰ ਨੇ, ਉਹ ਵੀ ਨਹੀਂ ਸ਼ਾਇਦ ਚਾਹੁੰਦੇ ਕਿ ਇਹ ਪਰਦੇ ਚੁੱਕੇ ਜਾਣ। ਜਿਨ੍ਹਾਂ ਦੇ ਖਿਲਾਫ ਸੀ ਉਹਨਾਂ ਨੇ ਚਾਹੁਣਾ ਕੀ ਹੈ। ਸੋ ਇੱਕ ਗਿਣੀ ਮਿਥੀ ਸਾਜ਼ਿਸ਼ ਨਾਲ ਜਿਹੜਾ ਸਾਰਾ ਕੁਛ ਇਹ ਮਾਮਲਾ ਗੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਹਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਕੰਵਰ ਵਿਜੇ ਪ੍ਰਤਾਪ ਨੇ ਨਹੀਂ ਭੁਗਤਣਾ, ਕਾਂਗਰਸ ਨੇ ਵੀ ਭੁਗਤਣਾ, ਅਕਾਲੀਆਂ ਨੇ ਵੀ ਭੁਗਤਣਾ। ਜਦੋਂ ਕਾਂਗਰਸ ਇਸ ਕਰਕੇ ਭੁਗਤੂਗੀ ਵੀ ਤੁਸੀਂ ਕੀਤਾ ਕੀ, ਅਕਾਲੀ ਇਸ ਕਰਕੇ ਭੁਗਤਣਗੇ ਕਿ ਆਹ ਦੇਖੋ ਚਲਾਨ ਦੀ ਕਾਪੀ ਤੁਹਾਡੇ ਖਿਲਾਫ ਕੀ ਲਿਖਿਆ ਹੈ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਇਹ ਇਦਾਂ ਹੋਣਾ। ਆਉਣ ਵਾਲੇ ਦਿਨ ਜਿਹੜੇ ਆ ਉਹ ਪੰਜਾਬ ਦੀ ਰਾਜਨੀਤੀ ਵਾਸਤੇ ਨਵੇਂ ਹੋਣਗੇ। ਲੋਕਾਂ ਨੂੰ ਹੋਰ ਸਿਆਣੇ ਹੋ ਕੇ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ। ਉਂਝ ਮੇਰੇ ਤੁਹਾਡੇ ਵਰਗਾ ਕੋਈ ਬੰਦਾ ਵੀ ਜਾ ਕੇ RTI ਪਾ ਕੇ ਇਹ ਰਿਪੋਰਟ ਲੈ ਸਕਦਾ। ਅਖੀਰ ਵਿੱਚ ਜਾਂਦੇ ਜਾਂਦੇ ਆਪਾਂ ਕਰੋਨਾ ਵੈਕਸੀਨ ਦੀ ਗੱਲ ਕਰਦੇ ਹਾਂ। ਕਰੋਨਾ ਵੈਕਸੀਨ ਤਕਰੀਬਨ ਲੱਗੀ ਜਾ ਰਹੀ ਹੈ, ਭਾਵੇਂ ਉਹ ਸਲੈਬ ਬਣਾਈ ਹੋਈ ਆ ਉਮਰ ਦੇ ਹਿਸਾਬ ਨਾਲ, ਪਰ ਇੱਕ ਟੀਕਾ ਉਤਸਵ ਮਨਾ ਰਹੇ ਆ। ਉਹ ਕੀ ਮਸਲਾ ਜੀ? ਇਹ ਸਾਰੀ ਕਹਾਣੀ ਸਾਡੇ ਦਰਸ਼ਕਾਂ ਨੂੰ ਥੋੜਾ ਸਾਂਝੀ ਕਰਿਓ। ਦੋ ਗੱਲਾਂ ਤੁਸੀਂ ਕੀਤੀਆਂ ਇੱਕੋ ਵਾਰੀ। ਇੱਕ ਤਾਂ ਤੁਸੀਂ ਇਹ ਕਿਹਾ ਕਿ ਉਮਰ ਦੇ ਹਿਸਾਬ ਨਾਲ ਸਲੈਬਿੰਗ ਕੀਤੀ ਜਾ ਰਹੀ, ਇਹ ਸ਼ਾਇਦ ਇੰਡੀਆ ਵਿੱਚ ਨਹੀਂ ਆ, ਇੱਥੇ।
ਕੈਨੇਡਾ ਆਪਾਂ ਵਿੱਚ ਸੰਸਾਰ ਦੀ ਗੱਲ ਕਰ ਰਹੇ ਹਾਂ। ਕੈਨੇਡਾ ਦੇ ਵਿੱਚ ਹੈਗੀ ਆ ਕਿ ਉਮਰ ਦੇ ਹਿਸਾਬ ਨਾਲ ਗਰੁੱਪਿੰਗ ਕੀਤੀ ਗਈ ਹੈ ਕਿ ਇਸ ਏਜ ਗਰੁੱਪ ਨੂੰ ਇਸ ਦਿਨ ਤੋਂ ਲੈ ਕੇ ਇਸ ਦਿਨ ਤੱਕ ਵੈਕਸੀਨ ਲਾਈ ਜਾਊਗੀ ਔਰ ਫ੍ਰੀ ਲੱਗ ਰਹੀ ਆ। ਬੜਾ ਵਧੀਆ ਇੰਤਜ਼ਾਮ ਜਿਹੜਾ ਕੈਨੇਡਾ ਵਿੱਚ ਤਾਂ ਮੈਨੂੰ ਪਤਾ ਬਹੁਤ ਚੰਗਾ ਹੈਗਾ। ਹੋਰਾਂ ਥਾਵਾਂ ਤੇ ਵੀ ਚੰਗਾ, ਸਰਕਾਰਾਂ ਜਿੱਥੇ ਸੁਹਿਰਦ ਹੈਗੀਆਂ ਆਮ ਲੋਕਾਂ ਲਈ ਉੱਥੇ ਚੰਗਾ ਹੀ ਹੈ। ਹੁਣ ਗੱਲ ਤੁਸੀਂ ਵੈਕਸੀਨ ਜਿਹੜੀ ਉਹ ਟੀਕਾ ਉਤਸਵ ਦੀ ਗੱਲ ਕੀਤੀ। ਟੀਕਾ ਉਤਸਵ ਜੀ ਭਾਰਤ ਵਿੱਚ ਮਨਾਇਆ ਗਿਆ। ਬੜੀ ਹੈਰਾਨੀ ਵਾਲੀ ਤੇ ਮੈਂ ਸਮਝਦਾ ਕਿ ਸ਼ਰਮ ਵਾਲੀ ਗੱਲ ਹੈ ਕਿ ਇੱਕ ਮਹਾਮਾਰੀ ਫੈਲੀ ਹੋਈ ਹੈ, ਤੁਸੀਂ ਮਹਾਮਾਰੀ ਨੂੰ ਵੀ ਉਤਸਵ ਬਣਾ ਰਹੇ ਹੋ। ਮੇਲੇ ਬਣਾ ਰਹੇ ਹੋ। ਮੇਲਾ, ਉਤਸਵ ਦਾ ਮਤਲਬ ਮੇਲਾ, ਠੀਕ ਹੈ। ਉਤਸਵ ਹਿੰਦੀ ਦਾ ਸ਼ਬਦ ਹੈ, ਉਹਦਾ ਪੰਜਾਬੀ ਦਾ ਸਿੱਧਾ ਮਤਲਬ ਹੈ ਮੇਲਾ। ਤੁਸੀਂ ਉਹਨੂੰ ਵੀ ਮੇਲਾ ਬਣਾ ਰਹੇ। ਉਹ ਮੇਲਾ ਕੀ ਸੀ ਜੀ, 10 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਵੈਕਸੀਨ ਲਾਉਣੀ ਸੀ। ਇੱਕ ਟਾਰਗੇਟ ਫਿਕਸ ਕੀਤਾ ਗਿਆ ਸੀਗਾ ਕਿ 10 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਪ੍ਰੇਰਿਆ ਜਾਵੇ ਕਿ ਉਹ ਟੀਕਾ ਲਵਾਉਣ। ਕਿੰਨੇ ਲੋਕਾਂ ਨੇ ਟੀਕਾ ਲਵਾਇਆ, ਕਿੰਨਿਆਂ ਨੇ ਲਵਾਇਆ, ਇਹ ਗੱਲ ਤਾਂ ਕਰਾਂਗੇ ਫਿਰ ਕਦੀ। ਪਰ ਹੈਰਾਨੀ ਵਾਲੀ ਗੱਲ ਹੈ ਕਿ ਟੀਕੇ ਮੁੱਕ ਗਏ, ਵੈਕਸੀਨ ਹੀ ਮੁੱਕ ਗਈ, ਵੈਕਸੀਨ ਆਈ ਨਹੀਂ, ਹੈ ਹੀ ਨਹੀਂ, ਮਿਲੀ ਨਹੀਂ। ਮੇਲੇ 'ਚ ਲੋਕ ਹੀ ਨਹੀਂ ਪਹੁੰਚੇ। ਮੇਲੇ 'ਚ ਲੋਕੀ ਪਹੁੰਚੇ, ਉੱਥੇ ਮੇਲੇ 'ਚ ਪ੍ਰਸ਼ਾਦ ਵੰਡਣ ਵਾਲੇ ਕੋਈ ਨਹੀਂ, ਠੀਕ ਹੈ ਜੀ। ਉੱਥੇ ਵੈਕਸੀਨ ਹੀ ਮੁੱਕ ਗਈ। ਮੁੱਕਣ ਦਾ ਕਾਰਨ ਕੀ ਸੀਗਾ? ਆਪਦੀ ਇੱਕ ਪ੍ਰਧਾਨ ਮੰਤਰੀ ਨੇ ਭੱਲ ਖੱਟਣ ਦੀ ਖਾਤਰ ਦੂਜਿਆਂ ਦੇਸ਼ਾਂ ਨੂੰ ਦੇ ਦਿੱਤੀ। ਮੈਂ ਨਹੀਂ ਕਹਿੰਦਾ ਵੀ ਉਹ ਨਹੀਂ ਦੇਣੀ ਚਾਹੀਦੀ, ਇੱਕ ਦੂਜੇ ਦਾ ਸਾਥ ਨਿਭਾਉਣਾ ਚਾਹੀਦਾ, ਪਰ ਆਪਦੀ ਭੱਲ, ਆਪਦੀ ਬੱਲੇ ਬੱਲੇ ਕਰਾਉਣ ਦੀ ਖਾਤਰ ਪਹਿਲਾਂ ਤੁਸੀਂ ਇਹ ਵੇਖੋ ਕਿ ਤੁਹਾਡੇ ਕੋਲ ਚੀਜ਼ ਹੈਗੀ ਆ। ਜੇ ਆਪਣੇ ਕੋਲ ਆਪਾਂ ਦੇ ਦੇਣਾ ਕੋਈ ਚੀਜ਼ ਹੈਗੀ ਤੇ ਜੇ ਵਾਧੂ ਆ ਤਾਂ ਭਾਈ ਗੁਆਂਢੀਆਂ ਨੂੰ ਵੀ ਦੇ ਦਿਓ, ਕੋਈ ਗੱਲ ਬਿਲਕੁਲ ਜੀ। ਦਾਲ ਦੀ ਕੌਲੀ ਵੀ ਆਪਾਂ ਦਿੰਦੇ ਹਾਂ, ਠੀਕ ਹੈ ਜੀ, ਜਾਂ ਹੋਰ ਚੀਜ਼ ਵੀ ਕੋਈ ਦਿੰਦੇ ਆ। ਜੇ ਸਾਡੇ ਵੈਸੇ ਹੀ ਹੈਗਾ ਕਿ ਦਸਵੰਧ ਕੱਢਦੇ ਆ, ਅਸੀਂ ਹੋਰ ਗੱਲਾਂ ਕਰਦੇ ਆ, ਰਲ ਮਿਲ ਕੇ ਕਰਦੇ ਆ। ਕਰਨੀ ਚਾਹੀਦੀ ਹੈ ਉਹ ਵੈਕਸੀਨ, ਦੇਣੀ ਚਾਹੀਦੀ ਸੀ। ਜਿਹੜੇ ਗਰੀਬ ਮੁਲਕਾਂ ਨੂੰ ਦੇਣੀ ਚਾਹੀਦੀ ਸੀ, ਜਿਹਨਾਂ ਕੋਲ ਪ੍ਰਬੰਧ ਨਹੀਂ ਹੈ, ਜਿਨ੍ਹਾਂ ਦੇ ਵਿਗਿਆਨੀ ਖੋਜ ਨਹੀਂ ਕਰ ਸਕੇ, ਜਿਨ੍ਹਾਂ ਦੇ ਕੋਲ ਇਦਾਂ ਦਾ ਸਰਮਾਇਆ ਪੈਸਾ ਨਹੀਂ ਸੀ। ਪੈਸਾ ਲੱਗਦਾ ਇੱਥੇ ਬਹੁਤ ਜ਼ਿਆਦਾ, ਟਾਈਮ ਲੱਗਦਾ। ਜਿਨ੍ਹਾਂ ਕੋਲ ਇਦਾਂ ਦੇ ਪ੍ਰਬੰਧ ਨਹੀਂ ਸੀ ਉਹਨਾਂ ਨੂੰ ਦੇਣੀ ਚਾਹੀਦੀ ਸੀ। ਪਰ ਆਪਦੇ ਕੋਲ ਬੜਾ ਦੇਸ਼ ਵੱਡਾ, 135 ਕਰੋੜ ਦੀ ਆਬਾਦੀ ਆ, ਛੋਟੀ ਜਿਹੀ ਗੱਲ ਨਹੀਂ ਹੈ, ਠੀਕ ਹੈ ਜੀ। 135 ਕਰੋੜ ਦੇ ਵਿੱਚੋਂ 100 ਕਰੋੜ ਦਾ ਬੰਦਾ ਹੋਊਗਾ ਜਿਹੜਾ ਐਲੀਜੀਬਲ ਹੈਗਾ ਜਿਹਦੇ ਵੈਕਸੀਨ ਲੱਗਣੀ ਹੈ, ਤੇ 100 ਕਰੋੜ ਵਾਸਤੇ ਤੁਸੀਂ ਵੈਕਸੀਨ ਤਾਂ ਹੈ ਹੀ ਨਹੀਂ, ਠੀਕ ਹੈ ਜੀ। ਉਤਸਵ ਕਾਹਦਾ? ਪਹਿਲੀ ਗੱਲ ਤਾਂ ਉਤਸਵ ਸ਼ਬਦ ਹੀ ਬਹੁਤ ਇਸ ਮਾਮਲੇ 'ਚ, ਉਤਸਵ ਦਾ ਮਤਲਬ ਤੁਸੀਂ ਸੈਲੀਬ੍ਰੇਸ਼ਨ ਕਰਨੀ, ਕਿਸੇ ਦੀ ਮੇਲਾ ਮਨਾਉਣਾ, ਤੇ ਵੈਕਸੀਨ ਦਾ ਵੀ ਮੇਲਾ ਮਨਾਉਣਾ। ਤੁਸੀਂ ਤਾਂ ਮੇਲਾ ਉਦੋਂ ਵੀ ਬਣਾਇਆ ਸੀ, ਥਾਲੀਆਂ ਖੜਕਾਈਆਂ ਸੀ। ਤੁਸੀਂ ਤਾਂ ਮੇਲਾ ਉਦੋਂ ਵੀ ਬਣਾਇਆ ਸੀ, ਤੁਸੀਂ ਮੋਮਬੱਤੀਆਂ ਜਗਾਉਣ ਲਈ ਕਿਹਾ ਸੀਗਾ। ਇਹਨੂੰ ਸੀਰੀਅਸਨੈਸ ਨਹੀਂ ਹੈ, ਇਹ ਸਿਆਣਪ ਨਹੀਂ ਹੈ। ਇਹ ਜਿੰਨਾ ਚਿਰ ਸਿਆਣਪ ਆਉਂਦੀ ਨਹੀਂ, ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਮੈਂ ਸ਼ਾਇਦ ਇਹ ਭਲਾ ਕਰਨਾ ਵੀ ਨਹੀਂ ਚਾਹੁੰਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਏ ਸਟੂਡੀਓ ਦੇ ਵਿੱਚ, ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਬੜੀ ਬੇਬਾਕੀ ਦੇ ਨਾਲ ਸਾਰੇ ਮੁੱਦਿਆਂ ਤੇ ਚਰਚਾ ਕੀਤੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਅਸੀਂ ਨਵੇਂ ਮੁੱਦੇ ਤੇ ਤੁਹਾਨੂੰ ਫਿਰ ਇਨਵਾਈਟ ਕਰਾਂਗੇ ਤੇ ਅਗਲੇ ਮੁੱਦੇ ਦੇ ਲਈ ਫਿਰ ਅਸੀਂ ਚਰਚਾ ਕਰਾਂਗੇ। ਜੇਕਰ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗ ਰਿਹਾ ਜਾਂ ਤੁਹਾਨੂੰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗ ਰਹੀ ਹੈ ਤੇ ਤੁਸੀਂ ਆਪਣੀਆਂ ਟਿੱਪਣੀਆਂ, ਆਪਦੇ ਤੌਖਲੇ ਜਿਹੜੇ ਉਹ ਸਾਨੂੰ ਕਮੈਂਟ ਦੇ ਰੂਪ ਵਿੱਚ ਭੇਜ ਸਕਦੇ ਆ। ਡੈਫੀਨਿਟਲੀ ਅਸੀਂ ਉਹਨਾਂ ਤੇ ਵਿਚਾਰ ਕਰਾਂਗੇ, ਤੁਹਾਡੇ ਨਾਲ ਫਿਰ ਸਾਂਝੇ ਕਰਾਂਗੇ। ਤਦ ਤੱਕ ਦੇ ਲਈ ਮੈਨੂੰ ਵਰਿੰਦਰ ਭਿੰਡਰ ਨੂੰ ਤੇ MP ਸਿੰਘ ਨੂੰ ਦਿਓ ਇਜਾਜ਼ਤ। ਨਵੇਂ ਮੁੱਦੇ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ।